सतगुर महे समाना। एह बाणी जो जियों जाने, तिस अंतर रवै हर नामा। बाणी गुरु गुरु है बाणी, विच बाणी अमृत सारे। गुर बाणी कहे सेवक जन मानै, परतख गुरु निस्तारे। बाणी बिरलो विचारसी, जे को गुरमुख होए। एह बाणी महापुरख की, निज कर वासा होए। साचा साहिब साच नाई, पाखिया पाओ अपार। आखें मंगें देह देह, दात करे दाता। फेर के अगे रखिए, जित दिसै दरबार। मोह के बोलन बोलिए, जित सुन तरे प्यार। अमृत वेला सच नाम, वड्याई विचार। करमी आवे कपड़ा, नदरी मुख द्वार। नानक इवें जानिए, सब आपे सचियार। करमी आवे कपड़ा, नदरी मुख द्वार। नानक इवें जानिए, सब आपे सचियार। वाहिगुरु जी का खालसा, वाहिगुरु जी की फतेह। जपजी साहिब जी दी चौथी पौड़ी का पाठ जो अज आप जी ने सरवण किया है, इसकी विचार
ਸਿੱਖ ਕੌਮ ਦੇ ਮਹਾਨ ਵਿਦਵਾਨ ਬਾਬਾ ਬੰਤਾ ਸਿੰਘ ਜੀ, ਮੁੱਖ ਸੇਵਾਦਾਰ ਸੰਪਰਦਾਇ ਬਾਬਾ ਬਿਧੀ ਚੰਦ ਸਾਹਿਬ, ਮੁੰਡਾ ਪਿੰਡ ਵਾਲੇ ਆਪ ਜੀ ਨੂੰ ਸਰਵਣ ਕਰਵਾਉਣਗੇ। 2 ਦਿਨ ਦਾ ਬਾਬਾ ਜੀ ਦਾ ਸਮਾਂ ਹੈ ਸਾਡੇ ਪਾਸ। ਅੱਜ ਆਪ ਜੀ ਦੀ ਵਿਦਾਇਗੀ ਵੀ ਹੈ। ਪ੍ਰਬੰਧਕ ਸੇਵਾਦਾਰਾਂ ਵੱਲੋਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ। ਅੰਮ੍ਰਿਤ ਸੰਚਾਰ ਅੱਜ 11 ਵਜੇ ਹੋਵੇਗਾ। ਸੋ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਉਹ ਸਮੇਂ ਨਾਲ ਕੇਸੀ ਇਸ਼ਨਾਨ ਕਰਕੇ ਇਸੇ ਹੀ ਪਾਵਨ ਅਸਥਾਨ ਦੇ ਬਿਲਕੁਲ ਉੱਪਰ ਅੰਮ੍ਰਿਤ ਸੰਚਾਰ ਦਾ ਅਸਥਾਨ ਬਣਿਆ ਹੈ, ਆਪ ਜੀ ਪਹੁੰਚੋ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਇਸ ਮਹੀਨੇ ਦੀ ਸੰਗਰਾਂਦ 14 ਤਰੀਕ ਨੂੰ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ 15 ਤਰੀਕ ਨੂੰ ਹੈ। ਅੱਜ ਭਾਈ ਮਤੀ ਦਾਸ ਚੌਂਕ ਤੇ ਕਾਰ ਸੇਵਾ ਆਰੰਭ ਹੋਣੀ ਹੈ। ਜਥੇਦਾਰ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਕਰਵਾ ਰਹੇ ਹਨ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮਨਾਉਣ ਵਾਸਤੇ ਜੋ ਸਿੱਖ ਜਥਾ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਵਾਸਤੇ ਜਾਣਾ ਹੈ, ਉਹਦੇ ਵਿੱਚ 13 ਤਰੀਕ ਤੱਕ ਆਪ ਜੀ ਆਪਣਾ ਪਾਸਪੋਰਟ, 4 ਫੋਟੋ, 200 ਰੁਪਈਆ ਵੀਜ਼ਾ ਫੀਸ, ਆਧਾਰ ਕਾਰਡ ਜਾਂ ਇਲੈਕਸ਼ਨ ਕਾਰਡ ਦੀ ਕਾਪੀ ਜਮ੍ਹਾਂ ਕਰਵਾ ਦਿਓ ਤਾਂ ਕਿ ਸਮੇਂ ਨਾਲ ਯਾਤਰਾ ਦਾ ਯੋਗ ਪ੍ਰਬੰਧ ਕੀਤਾ ਜਾ ਸਕੇ। ਵਲੰਟੀਅਰ ਸੇਵਾ ਮੁੜ ਆਰੰਭ ਕੀਤੀ ਗਈ ਹੈ। ਸੋ ਜਿਨ੍ਹਾਂ ਵੀਰਾਂ ਭੈਣਾਂ ਨੇ ਸੇਵਾ ਕਰਨੀ ਹੈ ਉਹ ਆਧਾਰ ਕਾਰਡ ਦੀ ਕਾਪੀ ਦੇ ਕੇ ਵਲੰਟੀਅਰ ਕਾਰਡ ਲੈ ਸਕਦੇ ਨੇ। ਹਫ਼ਤੇ ਵਿੱਚ 1 ਦਿਨ ਸੇਵਾ ਕਰਨੀ ਲਾਜ਼ਮੀ ਹੈ ਔਰ ਸੇਵਾ ਦੇ ਸਮੇਂ ਆਧਾਰ ਕਾਰਡ ਆਪਣੇ ਗਲੇ ਵਿੱਚ ਪਾ ਕੇ ਰੱਖਿਆ ਜਾਏ। ਜੋ 550 ਬੱਚੇ ਅਡਾਪਟ ਕੀਤੇ ਗਏ ਸਨ 550 ਸਾਲਾਂ ਤੇ, ਆਓ ਸੇਵਾ ਨੂੰ ਅੱਗੇ ਚਲਾਈਏ। ਇਹ ਉਹ ਬੱਚੇ ਨੇ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਹੈਗੇ। ਜੇ ਮਾਤਾ ਪਿਤਾ ਹੈਗੇ ਨੇ ਤਾਂ ਗਰੀਬ ਨੇ, ਫੀਸਾਂ, ਵਰਦੀਆਂ, ਕਿਤਾਬਾਂ ਨਹੀਂ ਲੈ ਕੇ ਦੇ ਸਕਦੇ। ਵਿਦਿਆ ਮਨੁੱਖ ਦਾ ਤੀਸਰਾ ਨੇਤਰ ਹੈ। ਇਸ ਸੇਵਾ ਦੇ ਵਿੱਚ ਆਪਣਾ ਹਿੱਸਾ ਜ਼ਰੂਰ ਪਾਓ। ਅਗਲੇ ਸਮੇਂ ਲਈ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਗੁਰ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ, ਗੁਰ ਨਾਨਕ ਪਤਿਤ ਉਦਾਹਰਣ ਹੈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਦੀ ਤਰਿਆਰੇ। ਗੁਰ
ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਪਰਿਆ ਰੇ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀਏ। ਖਾਲਸਾ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਸੱਜ ਬੈਠੇ ਹੋ। ਬੜੀ ਸਹਿਜਤਾ ਦੇ ਨਾਲ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾ ਆਪ ਸੰਗਤ ਨੂੰ ਤੁਰਕੀ ਬਾਣੀ ਦਾ ਫੁਰਮਾਨ ਸਰਵਣ ਕਰਵਾਇਆ ਹੈ। ਆਓ ਇਸ ਅਗੰਮੀ ਬਾਣੀ ਦੀ ਵਿਚਾਰ ਨਾਲ ਜੁੜ ਕੇ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਆਪਣੀ ਪਵਿੱਤਰ ਬਾਣੀ ਜਪਜੀ ਸਾਹਿਬ ਦੀ ਚੌਥੀ ਪੌੜੀ ਦੇ ਵਿੱਚ ਅਜ਼ਮਤੀ ਕਰਾਮਾਤੀ ਸਿੱਧਾਂ ਦੇ ਸਨਮੁਖ ਤਿੰਨਾਂ ਦੇ ਭਲੇ ਹਿੱਤ, ਲੋਕਾਈ ਤੇ ਪਰਉਪਕਾਰ ਕਰਨ ਦੇ ਲਈ ਇਹ ਗਲੂਏ ਮੁਬਾਰਕ ਤੋਂ ਗੁਰਬਾਣੀ ਪ੍ਰਗਟ ਕਰਦੇ ਨੇ। ਕਹਿੰਦੇ ਪ੍ਰਮਾਤਮਾ ਸੱਚਾ ਸਾਹਿਬ ਹੈ, ਸਭਨਾ ਦਾ ਮਾਲਕ ਹੈ। ਉਹ ਸਦੀਵੀ ਸਤ ਹੈ, ਵਜੂਦ ਵਾਲਾ ਹੈ, ਯਥਾਰਥ ਹੈ, ਹੋਂਦ ਵਾਲਾ ਹੈ। ਤਿੰਨਾਂ ਕਾਲਾਂ ਵਿੱਚ ਸੱਚ ਹੈ, ਪਿੱਛੇ ਵੀ ਸੀ, ਅੱਜ ਵੀ ਹੈ। ਅਸੀਂ ਨਾ ਵੀ ਰਹੇ ਤੇ ਦੁਨੀਆ ਤੇ ਹੋਵੇਗਾ। ਸੱਚ ਪਾਤਸ਼ਾਹੀ ਅਮਰ ਸੱਚ, ਸੱਚੇ ਸੱਚਾ ਥਾਨ। ਤੁਸ ਪਰਮਾਤਮਾ ਦਾ ਥਾਨ ਵੀ ਸੱਚ ਹੈ, ਭਾਵ ਹਰ ਜ਼ਰੇ ਵਿੱਚ ਪ੍ਰਗਟ ਹੈ। ਉਸ ਸੱਚੇ ਪਰਮ ਈਸ਼ਵਰ ਲਈ ਲਫ਼ਜ਼ ਵਰਤਿਆ ਹੈ ਸਾਹਿਬ, ਅਰਬੀ ਦਾ ਲਫ਼ਜ਼ ਹੈ। ਤੋ ਸਵਾਮੀ ਨੂੰ, ਮਾਲਕ ਨੂੰ, ਖਸਮ ਨੂੰ ਕਹਿੰਦੇ ਨੇ। ਸਭਨਾ ਦਾ ਸਵਾਮੀ ਹੈ, ਸਾਡਾ ਸਭਨਾ ਦਾ ਮਾਲਕ ਹੈ। ਤੂੰ ਮੇਰੇ ਸਾਹਿਬ, ਤੂੰ ਮੇਰੇ ਖਾਨ। ਸੋ ਅਸਲ ਰਾਜਾ, ਅਸਲ ਮਾਲਕ ਲੋਕਾਈ ਦਾ ਉਹੀ ਹੈ। ਬਾਕੀ ਰਾਜੇ ਕੁਝ ਸਮਾਂ ਰਾਜ ਕਰਦੇ ਨੇ, ਮਿਟ ਜਾਂਦੇ ਨੇ। ਸਾਚ ਨਾਏ, ਸੋ ਜਿਹੜਾ ਆਪ ਸੱਚ ਹੈ ਉਹਦਾ ਨਾਂ ਵੀ ਅਵਿਨਾਸ਼ੀ ਹੋਵੇਗਾ, ਉਹਦਾ ਨਾਂ ਵੀ ਨਹੀਂ ਮਿਟੇਗਾ। ਅੱਗੇ ਲਫ਼ਜ਼ ਵਰਤਿਆ ਹੈ ਭਾਖਿਆ, ਭਾਸ਼ਾ ਨੂੰ ਕਹਿੰਦੇ ਨੇ, ਬਾਣੀ ਨੂੰ, ਅਲਫਾਜ਼ਾਂ ਨੂੰ। ਫਿਰ ਲਿਖਿਆ ਹੈ ਭਾਉ, ਪਿਆਰ ਨੂੰ ਕਹਿੰਦੇ ਨੇ। ਅਪਾਰ ਲਿਖਿਆ ਹੈ, ਮਤਲਬ ਜਿਹਦਾ ਅੰਤ ਕੋਈ ਨਹੀਂ ਹੈ। ਉਸ ਸੱਚੇ ਸਾਹਿਬ ਪਰਮ ਈਸ਼ਵਰ ਦਾ ਸੱਚਾ ਨਾਮ ਪਾਰਾਵਾਰ ਤੋਂ ਰਹਿਤ ਹੈ। ਉਹਦੇ ਨਾਵਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਹਦੀ ਵਡਿਆਈ ਵੱਡੀ ਹੈ। ਦੂਸਰਾ ਭਾਵ ਇਹਦਾ ਇਹ ਹੈ, ਉਸ ਪਰਮਾਤਮਾ ਦੇ ਨਾਮ ਦੀ
ਜੋ ਅਗੰਮੀ ਵਡਿਆਈ ਹੈ ਭਾਉ ਲਾ ਕੇ ਗਾਇਆ ਕਰੋ, ਪ੍ਰੇਮ ਦੇ ਨਾਲ ਉਹਦੇ ਗੀਤ ਗਾਇਆ ਕਰੋ। ਵੱਡੀ ਵਡਿਆਈ ਨਾਨਕ ਕਰਤੇ ਕੀ, ਸਾਚ ਸ਼ਬਦ ਸਤ ਭਾਖਿਆ। ਮਹਾਰਾਜ ਕਹਿੰਦੇ ਵਡਿਆਈ ਚੰਮ ਦੀ ਜ਼ੁਬਾਨ ਤੋਂ ਬਾਹਰੀ ਹੈ, ਉਹਦੀ ਭਾਵ ਅੰਤ ਨਹੀਂ ਪੈਂਦਾ। ਨਾ ਉਰਲਾ ਕੰਡਾ ਹੈ ਉਹਦਾ, ਨਾ ਪਰਲਾ ਕੋਈ ਕੰਡਾ ਹੈ, ਅਪਰੰਪਾਰ ਹੈ ਉਹ। ਤੀਸਰਾ ਭਾਵ ਇਸ ਪੰਕਤੀ ਦਾ ਇਹ ਹੈ, ਪਰਮਾਤਮਾ ਦੀ ਜੋ ਭਾਖਿਆ, ਜੋ ਬਾਣੀ ਹੈ ਉਹ ਪ੍ਰੇਮ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਪ੍ਰੇਮ ਦੀ ਪਰਿਭਾਸ਼ਾ ਸਮਝਦਾ ਹੈ। ਸੋ ਕਹਿੰਦੇ ਆਠ ਪਹਿਰ ਗੁਣ ਸਾਰ ਦੇ, ਰਤੇ ਰੰਗ ਅਪਾਰ, ਪਾਰ ਬ੍ਰਹਮ ਸੁਖ ਸਾਗਰੋ, ਨਾਨਕ ਸਦ ਬਲਿਹਾਰ। ਸੁੱਖਾਂ ਦੇ ਸਾਗਰ ਅਪਾਰ ਪਰਮੇਸ਼ਵਰ ਦੇ ਗੀਤ ਗਾਓ ਤੇ ਸਦਾ ਹੀ ਜੀਵਨ ਵਿੱਚ ਆਨੰਦ ਰਵੇਗਾ। ਇਹ ਸਿੱਧ ਸਵਾਲ ਕਰਦੇ ਨੇ ਮਹਾਰਾਜ, ਕਿਤਨੀ ਕੁ ਅਜ਼ਮਤ ਹੈ ਅਕਾਲ ਪੁਰਖ ਦੀ। ਮਹਾਰਾਜ ਕਹਿੰਦੇ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਉਹਦਾ ਅੰਤ ਨਹੀਂ ਆਉਂਦਾ, ਉਹ ਬੇਅੰਤ ਹੈ। ਆਖਹਿ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਪਰਮਾਤਮਾ ਦੇ ਗੀਤ ਗਾਉਣੇ ਜਗਿਆਸੂ ਜਨ ਇਸ ਲਈ ਅਰਦਾਸ ਕਰਦੇ ਨੇ, ਮਹਾਰਾਜ ਸਾਨੂੰ ਅਜ਼ਮਤ ਬਖਸ਼, ਤੇਰੇ ਗੁਣ ਗਾਈਏ। ਤੋ ਪਰਮਾਤਮਾ ਖੁਸ਼ ਹੋ ਕੇ ਉਹਨਾਂ ਨੂੰ ਦਾਤ ਦੇ ਦਿੰਦਾ ਹੈ। ਦੂਸਰਾ ਭਾਵ ਹੈ, ਆਖ ਹੈ, ਪਤਾ ਨਹੀਂ ਕਿਤਨੇ ਕੁ ਲੋਕ ਰੋਜ਼ ਉਹਦੇ ਪਾਸੋਂ ਆਖ ਆਖ ਕੇ ਜਾਚਨਾ ਕਰਦੇ ਨੇ, ਮੰਗਦੇ ਨੇ ਪਦਾਰਥ ਦਾਨ, ਕੁਝ ਨਾਮ ਮੰਗਦੇ ਨੇ, ਕੁਝ ਦੁਨਿਆਵੀ ਸੁੱਖ ਸਹੂਲਤਾਂ ਮੰਗਦੇ ਨੇ। ਪਰ ਉਹ ਦਾਤਾਂ ਦਿੰਦਾ ਹੈ, ਉਹ ਦਾਤਾਰ ਹੈ, ਝੋਲੀਆਂ ਭਰਨ ਵਾਲਾ ਹੈ। ਮਨ ਦੀ ਝੋਲੀ ਨਾਮ ਨਾਲ ਭਰ ਦਿੰਦਾ ਹੈ, ਤਨ ਦੀ ਝੋਲੀ ਪਦਾਰਥਾਂ ਨਾਲ ਭਰ ਦਿੰਦਾ ਹੈ। ਇੱਕ ਦਾਤਾ ਸਭ ਜਗਤ ਭਿਖਾਰੀਆ, ਹਰ ਜਾਚਾ ਹੈ ਸਭ ਮੰਗ ਮੰਗਣਾ। ਦੁਨੀਆ ਦੀ ਨਜ਼ਰ ਵਿੱਚ ਕੋਈ ਗਰੀਬ ਹੈ, ਕੋਈ ਰਾਜਾ ਹੈ, ਅਮੀਰ ਹੈ, ਪਰ ਪਰਮਾਤਮਾ ਦੀ ਨਜ਼ਰ ਵਿੱਚ ਸਾਰੇ ਹੀ ਭਿਖਾਰੀ ਨੇ। ਜਿਹਦੇ ਪਾਸੋਂ ਤੁਸੀਂ ਆਮ ਲੋਕ ਮੰਗਦੇ ਹੋ, ਉਸੇ ਪਾਸੋਂ ਹੀ ਬੜੇ ਬੜੇ ਰਾਜੇ ਰਾਜ ਭਾਗ ਮੰਗਦੇ ਨੇ। ਸੋ ਸਾਰੇ ਉਹਦੇ ਦਰ ਦੇ ਭਿਖਾਰੀ ਨੇ। ਅਕਬਰ ਬਾਦਸ਼ਾਹ ਦਾ ਰਾਜ ਸੀ। ਤੋ ਇੱਕ ਸੂਫੀ ਸੰਤ, ਉਹਦਾ ਬੜਾ ਅਦਬ ਸਤਿਕਾਰ ਅਕਬਰ ਕਰਦਾ ਸੀ। ਚੇਲਿਆਂ ਨੇ ਮਹਾਂਪੁਰਸ਼ ਨੂੰ ਬੇਨਤੀ ਕੀਤੀ ਵੀ ਮਹਾਰਾਜ ਦਰ ਬਦਰ ਭਿਕਸ਼ਾ ਮੰਗਣੀ ਪੈਂਦੀ ਹੈ, ਭਟਕਣਾ ਪੈਂਦਾ ਹੈ, ਤੋ ਚਲੋ ਅਕਬਰ ਬਾਦਸ਼ਾਹ ਦੇ ਕੋਲ ਚੱਲੀਏ, ਤੁਹਾਡਾ ਅਦਬ ਕਰਦਾ ਹੈ, ਕੁਝ ਦਾਨ ਦੇ ਦਵੇ, ਕੁਝ ਸਮਾਂ ਸਾਡਾ ਸੁਖਾਲਾ ਲੰਘ ਜਾਵੇਗਾ, ਦਰ ਦਰ ਤੇ ਰੋਜ਼ ਭਟਕਣਾ ਨਹੀਂ ਪਵੇਗਾ। ਤੋ ਸੂਫੀ ਸੰਤ ਆਪਣੇ ਮੁਰੀਦਾਂ ਨੂੰ ਲੈ ਕੇ ਅਕਬਰ ਦੇ ਦਰ ਤੇ ਚਲਿਆ ਗਿਆ। ਹੁਣ ਰਾਜੇ ਦੇ ਵਜ਼ੀਰ ਸਿਪਾਹੀ ਮਹਾਂਪੁਰਸ਼ ਦਾ ਅਦਬ ਕਰਦੇ ਨੇ, ਜਾਣਦੇ ਨੇ ਅਕਬਰ ਨਾਲ ਨੇੜਤਾ ਹੈ, ਉਹ ਮਹਿਲਾਂ ਵਿੱਚ ਲੈ ਗਏ। ਤੋ ਅਕਬਰ ਸ਼ਾਹੀ ਮਸਜਿਦ ਵਿੱਚ ਨਮਾਜ਼ ਅਦਾ ਕਰ ਰਿਹਾ ਹੈ। ਤੋ ਮਹਾਂਪੁਰਸ਼ ਪਿੱਛੇ ਜਾ ਕੇ ਬੈਠ ਗਿਆ। ਇਸਲਾਮ ਵਿੱਚ 5 ਨਮਾਜ਼ਾਂ ਹੁੰਦੀਆਂ ਨੇ, ਫਜ਼ਰ ਦੀ, ਜ਼ੋਹਰ ਦੀ, ਅਸਰ ਦੀ, ਮਗਰਿਬ ਦੀ, ਇਸ਼ਾ ਦੀ। ਅੰਮ੍ਰਿਤ ਵੇਲੇ ਦੀ ਨਮਾਜ਼ ਨੂੰ ਫਜ਼ਰ ਦੀ ਨਮਾਜ਼ ਕਹਿ ਦਿੰਦੇ ਨੇ। ਤੋ ਉਹਦੇ ਬਾਅਦ ਜ਼ੋਹਰ ਦੀ ਨਮਾਜ਼, ਦਿਨ ਚੜ੍ਹੇ ਦੀ ਨਮਾਜ਼ ਅਕਬਰ ਅਦਾ ਕਰ ਰਿਹਾ ਹੈ। ਤੋ ਮਹਾਤਮਾ ਬੜਾ ਧਿਆਨ ਦਿੰਦਾ ਹੈ ਅਕਬਰ ਦੇ ਵੱਲ। ਨਮਾਜ਼ ਅਦਾ ਕਰਕੇ
ਅਰਜ਼ਦਾਸ਼ਤ ਕੀਤੀ, ਅਰਦਾਸ ਕੀਤੀ, ਫਰਿਆਦ ਕੀਤੀ ਅਕਬਰ ਨੇ ਖੁਦਾ ਦੇ ਅੱਗੇ। ਕਹਿੰਦਾ, ਹੇ ਖੁਦਾਵੰਦ ਤਾਲਾ, ਮੈਂ ਤੇਰੇ ਦਰ ਦਾ ਭਿਖਾਰੀ ਮੰਗ ਕਰਦਾ ਹਾਂ, ਮੇਰਾ ਰਾਜ ਪਾਟ ਹੋਰ ਵਧਾ, ਮੇਰੀ ਪ੍ਰਭਤਾ ਹੋਰ ਵਧਾ, ਮੇਰੇ ਦੁਸ਼ਮਣਾਂ ਦਾ ਖਾਤਮਾ ਕਰ, ਮੇਰਾ ਜ਼ਮਾਲ ਹੋਰ ਉੱਚੀ ਅਵਧੀ ਤੇ ਪਹੁੰਚੇ, ਮੈਨੂੰ ਸੁਖ ਸ਼ਾਂਤੀ ਵੀ ਬਖਸ਼, ਰਾਜ ਭੋਗਣ ਦਾ ਆਨੰਦ ਬਖਸ਼। ਦੁਆ ਕਰ ਰਿਹਾ ਸੀ ਤੇ ਫਕੀਰ ਉੱਠ ਕੇ ਵਾਪਸ ਮੁੜ ਗਿਆ। ਤੋ ਚੇਲੇ ਆਖਣ ਲੱਗੇ, ਫਕੀਰ ਜੀ ਆਏ ਕੁਝ ਮੰਗਣ ਸੀ, ਤੋ ਬਿਨਾਂ ਮੰਗਿਆਂ ਚਲੇ ਚੱਲੇ ਆ, ਫਿਰ ਦਰ ਦਰ ਤੇ ਰੋਟੀ ਬੋਟੀ ਲਈ ਭਟਕਣਾ ਪਵੇਗਾ, ਕਾਰਨ ਕੀ ਹੈ? ਤੋ ਉਸ ਸੂਫੀ ਸੰਤ ਦੇ ਬੋਲ ਸਨ, ਕਹਿੰਦੇ, ਮੰਗਤੇ ਕੋਲੋਂ ਕੀ ਮੰਗਣਾ ਹੈ? ਜਿਸ ਕੋਲੋਂ ਆਪਾਂ ਮੰਗਣ ਆਏ ਹਾਂ ਉਹ ਗਾਂ ਖੁਦਾ ਕੋਲੋਂ ਮੰਗ ਰਿਹਾ ਹੈ। ਰਾਜੇ ਦਾ ਮਤਲਬ ਤੇ ਹੁੰਦਾ ਜਿਸ ਨੂੰ ਰਾਜ ਆ ਗਿਆ। ਰਾਜੇ ਦਾ ਮਤਲਬ ਕੇਵਲ ਇਹੀ ਨਹੀਂ ਹੈ ਜੋ ਤਖਤ ਤੇ ਬੈਠਾ ਹੁਕਮ ਕਮਾ ਰਿਹਾ ਹੈ। ਰਾਜਾ ਲਫ਼ਜ਼ ਉਹਨਾਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਦੇ ਜ਼ਿਹਨ ਵਿੱਚ ਕੋਈ ਮੰਗ ਹੀ ਨਾ ਰਹੀ ਹੋਵੇ, ਤ੍ਰਿਪਤ ਹੋ ਗਏ, ਜਿਹੜੇ ਰੱਜ ਗਏ ਹੋਣ। ਇੱਥੇ ਦੁਨੀਆ ਤੇ ਨਾਮ ਦੇ ਅਕਬਰ ਵਾਂਗੂ ਕਈ ਰਾਜੇ ਨੇ, ਪਰ ਅੰਦਰੋਂ ਸਾਰੇ ਹੀ ਮੰਗਤੇ ਨੇ, ਤ੍ਰਿਪਤੀ ਕਿਸੇ ਨੂੰ ਨਹੀਂ ਹੈ। ਇੱਕ ਸ਼ਾਇਰ ਕਹਿੰਦਾ ਹੈ, ਜ਼ਰੂਰਤ ਭਰ ਕਾ ਤੋ ਖੁਦਾ ਸਬਕੋ ਦੇਤਾ ਹੈ, ਪਰੇਸ਼ਾਨ ਹੈ ਲੋਗ ਇਸ ਵਾਸਤੇ ਕਿ ਬੇਪਨਾਹਾ ਮਿਲੇ। ਦੇਖੋ, ਗੁਜ਼ਾਰੇ ਜੋਗਾ ਰੱਬ ਸਭ ਨੂੰ ਦੇ ਰਿਹਾ ਹੈ, ਪਰ ਅਸੀਂ ਅਨਲਿਮਟਿਡ ਚਾਹੁੰਦੇ ਹਾਂ, ਬੇਪਨਾਹ ਚਾਹੁੰਦੇ ਹਾਂ, ਬੇਹੱਦ ਚਾਹੁੰਦੇ ਹਾਂ, ਬੇਅੰਤ ਚਾਹੁੰਦੇ ਹਾਂ। ਮੁਰਦਾਰ ਖਾਨੇ ਅਗਲੇ ਦਾ ਹੱਕ ਮਾਰ ਕੇ ਖਾ ਜਾਣੇ ਆ। ਤੋ ਮਹਾਤਮਾ ਕਹਿੰਦਾ, ਇਸ ਮੰਗਤੇ ਕੋਲੋਂ ਕੀ ਮੰਗਣਾ ਹੈ? ਜਿਹਦੀ ਆਪਦੀ ਭੁੱਖ ਨਹੀਂ ਮਿਟੀ, ਉਹ ਆਪਣੀ ਭੁੱਖ ਕੀ ਮਿਟਾਵੇਗਾ? ਦੇਖੋ, ਇੱਕ ਪਰਮੇਸ਼ਵਰ ਐਸੀ ਹਸਤੀ ਹੈ ਜੋ ਝੋਲੀਆਂ ਭਰਦਾ ਹੈ ਔਰ ਰੱਜ ਬਖਸ਼ਦਾ ਹੈ। ਬਾਕੀ ਦੁਨੀਆ ਤੇ ਕੋਈ ਬੰਦਾ ਐਸਾ ਨਹੀਂ ਜਿਹੜਾ ਤੈਨੂੰ ਰੱਜ ਬਖਸ਼ ਦਵੇ, ਜਿਹੜਾ ਤੇਰੀ ਭੁੱਖ ਮਿਟਾ ਦਵੇ, ਤ੍ਰਿਪਤੀ ਕਰ ਦਵੇ। ਹਰ ਜੀਓ ਤੇਰੀ ਦਾਤੀ ਰਾਜਾ, ਮਾਨਸ ਬਪੜਾ ਕਿਆ ਸਾਲਾਹੀ, ਕਿਆ ਤਿਸਕਾ ਮੁਹਤਾਜਾ। ਕਹਿੰਦੇ, ਬੰਦੇ ਦੀ ਮੁਹਤਾਜੀ ਕੀ ਕਰਨੀ, ਗੁਲਾਮੀ ਕੀ ਕਰਨੀ ਹੈ? ਬੰਦਾ ਤੈਨੂੰ ਰੱਜ ਨਹੀਂ ਦੇ ਸਕਦਾ। ਇੱਕ ਦਿਨ ਬੰਦੇ ਕੋਲੋਂ ਮੰਗੋਗੇ ਕੁਝ ਦੇ ਦੇਵੇਗਾ, ਦੂਸਰੇ ਦਿਨ ਮੰਗੋਗੇ ਦੇ ਦੇਵੇਗਾ। ਜੇ ਰੋਜ਼ ਜਾਓਗੇ ਤੇ ਉਹਨੇ ਡਾਂਗ ਚੁੱਕ ਕੇ ਮੋਰਾਂ ਵਿੱਚ ਛੱਡਣੀ ਹੈ ਵੀ ਮੈਂ ਸਭ ਕੁਝ ਲੁਟਾ ਦੇਵਾਂ ਤੈਨੂੰ, ਤੇਰੀ ਭੁੱਖ ਤੇ ਮਿਟਦੀ ਨਹੀਂ ਹੈ। ਸੋ ਬੰਦੇ ਦੀ ਮੁਹਤਾਜੀ ਕਰਨੀ, ਗੁਲਾਮੀ ਕਰਨੀ, ਮਹਾਰਾਜ ਕਹਿੰਦੇ ਵਿਅਰਥ ਹੈ। ਜੇ ਕੋਈ ਰਾਜਾ ਬਣਿਆ ਏ, ਕਰੋੜਾਂ ਚੋਂ ਇੱਕ ਅੱਧਾ ਜੇ ਰੱਜਿਆ ਹੈ ਤੇ ਉਹ ਅਕਾਲ ਪੁਰਖ ਦੀ ਕਿਰਪਾ ਨਾਲ ਉਸ ਨੂੰ ਸੰਤੋਖ ਮਿਲਿਆ ਹੈ, ਬਾਕੀ ਬੰਦਾ ਰੱਜ ਨਹੀਂ ਦੇ ਸਕਦਾ। ਔਰ ਹਾਂ, ਜੇ ਕੋਈ ਵੰਡ ਰਿਹਾ ਹੈ ਨਾ ਖੁਦਾ ਤੋਂ ਲਹਿਦਾ, ਤੋ ਸਮਝ ਲਈ ਪਰਮਾਤਮਾ ਨੇ ਹੀ ਰੱਜ ਬਖਸ਼ਿਆ ਹੈ ਔਰ ਪਰਮਾਤਮਾ ਨੇ ਉਸ ਨੂੰ ਦਾਤਾਂ ਵੰਡਣ ਦੇ ਕਾਬਲ ਕੀਤਾ ਹੈ। ਮਹਾਰਾਜ ਕਹਿੰਦੇ ਨੇ, ਪ੍ਰਭ ਕੈ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ। ਜਿਹੜੇ ਗੁਰੂ ਦੇ ਪਿਆਰੇ ਅਕਾਲ ਪੁਰਖ ਨੂੰ ਧਿਆਉਣ ਵਾਲੇ ਨੇ, ਸੰਤੋਖੀ ਹੋ ਗਏ, ਰੱਜ ਗਏ, ਪਦਾਰਥਾਂ ਦੀ ਪ੍ਰਾਪਤੀ ਹੋ ਗਈ। ਓਏ ਦਾਤੇ ਦੁਖ ਕਾਟਨ ਹਾਰ, ਜਾਂ ਕੈ ਸੰਗ ਤਰੈ ਸੰਸਾਰੋ। ਮਹਾਪੁਰਸ਼ ਦਾਤੇ ਬਣ ਗਏ, ਵੰਡਣ ਵਾਲੇ ਬਣ ਗਏ, ਸੰਸਾਰ ਨੂੰ ਤਾਰਨ ਵਾਲੇ ਬਣ ਗਏ। ਸੋ ਇਹ ਅਕਾਲ ਪੁਰਖ ਹੀ ਰੱਜ ਬਖਸ਼ਦਾ ਹੈ ਕਿ ਬੰਦਾ ਵੀ ਵੰਡਣ ਵਾਲਾ ਬਣ ਜਾਂਦਾ ਹੈ। ਜਿਹੜਾ ਵੀ ਸ਼ਰਨ ਗਿਆ, ਕਦਮ ਬੋਸੀ ਕੀਤੀ, ਉਹ ਦਾਤਾ ਬਣ ਗਿਆ। ਸੋ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਨਾਨਕ ਸਾਚਾ ਸਰਬ ਦਾਤਾਰ। ਅਸਲ ਵਿੱਚ ਸੱਚਾ ਦਾਤਾਰ, ਝੋਲੀਆਂ ਭਰਨ ਵਾਲਾ ਇੱਕ ਪਰਮਾਤਮਾ ਹੀ ਹੈ। ਬਾਕੀ ਸਾਰੇ ਮੰਗਤੇ ਨੇ। ਕੋਈ ਸਾਹਮਣੇ ਅਰਦਾਸ ਕਰ ਰਿਹਾ ਹੈ, ਕੋਈ ਚਾਰ ਦੀਵਾਰੀ ਵਿੱਚ ਬੈਠਾ ਮੰਗ ਰਿਹਾ ਹੈ,
ਕੋਈ ਪਰਦੇ ਵਿੱਚ ਮੰਗਦਾ ਹੈ, ਕੋਈ ਸ਼ਰੇਆਮ ਮੰਗਦਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜ਼ਫਰਨਾਮੇ ਵਿੱਚ ਇਹ ਫਾਰਸੀ ਦਾ ਬਚਨ ਕਿਹਾ ਹੈ, ਅਤਾ ਬਖਸ਼ ਪਾਕ ਪਰਵਰਦੀਗਾਰ ਰਹੀਮਸਤ ਰੋਜ਼ੀ ਦੇ ਹੋ ਹਰ ਦਇਆਰ। ਅਤਾ ਬਖਸ਼ਣ ਵਾਲਾ ਹੈ ਤੂੰ, ਦਾਤਾਂ ਬਖਸ਼ਣ ਵਾਲਾ ਹੈ ਤੂੰ, ਝੋਲੀਆਂ ਭਰਨ ਵਾਲਾ ਹੈ ਤੂੰ, ਸਭਨਾਂ ਨੂੰ ਰੋਜ਼ੀ ਰੋਟੀ ਬਖਸ਼ਣ ਵਾਲਾ ਹੈ ਤੂੰ। ਇੱਕ ਜਾਚਕ ਮੰਗੈ ਦਾਨ ਦੁਆਰੈ, ਜਾਂ ਪ੍ਰਭ ਭਾਵੈ ਤਾਂ ਕਿਰਪਾ ਧਾਰੈ। ਸਾਰੇ ਹੀ ਤੇਰੇ ਕੋਲੋਂ ਮੰਗਦੇ ਨੇ, ਤੋ ਕਈਆਂ ਤੇ ਰਹਿਮ ਕਰਕੇ ਕਰਮ ਕਰਕੇ ਝੋਲੀਆਂ ਭਰ ਦਿੰਨਾ ਹੈ, ਤੇ ਜੇ ਕਿਸੇ ਨੂੰ ਨਾ ਵੀ ਦੇਵੇਂ ਤੇਰੇ ਤੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਸੋ ਦੁਨੀਆ ਅੰਦਰ ਜਿਤਨੇ ਵੀ ਭੰਡਾਰੇ ਨੇ, ਨੈਚੁਰਲ ਰਿਸੋਰਸਿਸ ਨੇ, ਸਾਰੇ ਤੇਰੇ ਹੀ ਪੈਦਾ ਕੀਤੇ ਹੋਏ ਨੇ। ਸੋ ਮਹਾਰਾਜ ਕਹਿੰਦੇ ਸਿੱਧੋ ਐ ਗੋਰਖਨਾਥ, ਐ ਮਛੰਦਰਨਾਥ, ਐ ਭ੍ਰਿਤ ਹਰ, ਭਰਥਰੀ ਉਹਦੀਆਂ ਦਾਤਾਂ ਦਾ ਅੰਤ ਨਹੀਂ ਆਉਂਦਾ, ਉਹਦੇ ਗੁਣਾਂ ਦਾ ਅੰਤ ਨਹੀਂ ਆਉਂਦਾ। ਉਹ ਸੱਚਾ ਦਾਤਾਰ ਹੈ, ਸਭਨਾਂ ਦੀਆਂ ਝੋਲੀਆਂ ਭਰਨ ਵਾਲਾ ਹੈ। ਤੋ ਅੱਗੇ ਮਹਾਰਾਜ ਕਹਿੰਦੇ ਨੇ, ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਇਹ ਸਵਾਲ ਕੀਤਾ ਹੈ ਸਿੱਧਾਂ ਨੇ ਗੁਰੂ ਸਾਹਿਬ ਦੇ ਅੱਗੇ। ਐ ਗੁਰੂ ਨਾਨਕ ਸਾਹਿਬ, ਇਹ ਭੰਡਾਰਿਆਂ ਦੇ ਮਾਲਕ ਜੋ ਅਕਾਲ ਪੁਰਖ ਨੇ, ਉਹਨਾਂ ਦੇ ਅੱਗੇ ਕੈਸੀ ਭੇਟਾ ਰੱਖੀਏ ਜੋ ਉਹਨਾਂ ਦਾ ਦਰਬਾਰ ਨਜ਼ਰੀ ਆ ਜਾਵੇ, ਉਹਨਾਂ ਦੇ ਦੀਦਾਰੇ ਹੋ ਜਾਣ, ਦਰਸ਼ਨ ਪ੍ਰਾਪਤ ਹੋ ਜਾਣ। ਸਿੱਧਾਂ ਦੇ ਸਵਾਲ ਨੂੰ ਆਪਣੀ ਭਾਸ਼ਾ ਵਿੱਚ ਗੁਰੂ ਨਾਨਕ ਸਾਹਿਬ ਨੇ ਲਿਖਿਆ ਹੈ। ਮਹਾਰਾਜ ਨੂੰ ਪੁੱਛਿਆ ਉਹ ਕਿਹੜੇ ਗੁਣ ਨੇ, ਉਹ ਕਿਹੜਾ ਚੜਾਵਾ ਹੈ ਜਿਹੜਾ ਉਹਦੇ ਅੱਗੇ ਰੱਖੀਏ। ਇੱਥੇ ਫੇਰ ਕੇ ਲਫ਼ਜ਼ ਹੈ। ਹੁਣ ਫੇਰ ਦਾ ਮਤਲਬ ਹੁੰਦਾ ਹੈ ਦੁਬਾਰਾ। ਇੱਥੇ ਇਹ ਲਫ਼ਜ਼ ਕਿਉਂ ਵਰਤਿਆ? ਪਹਿਲਾਂ ਪਰਮਾਤਮਾ ਸਾਨੂੰ ਦਾਤਾਂ ਦਿੰਦਾ ਹੈ ਤੇ ਫਿਰ ਅਸੀਂ ਉਹਦੀਆਂ ਦਿੱਤੀਆਂ ਦਾਤਾਂ ਚੋਂ ਉਹਦੇ ਅੱਗੇ ਚੜਾਵਾ ਰੱਖਦੇ ਹਾਂ। ਤੋ ਸਿੱਧ ਪੁੱਛਦੇ ਨੇ, ਮਹਾਰਾਜ ਉਹਦੀਆਂ ਦਿੱਤੀਆਂ ਦਾਤਾਂ ਵਿੱਚੋਂ ਫੇਰ ਕੇ ਕੀ ਉਹਦੇ ਅੱਗੇ ਰੱਖੀਏ ਜੋ ਉਹਦਾ ਦਰਬਾਰ ਨਜ਼ਰੀ ਆ ਜਾਵੇ? ਕਿਹੜੀ ਭੇਟਾ ਉਹਦੇ ਦਰ ਤੇ ਚੜਾਈਏ? ਉਹ ਕੈਸਾ ਪਦਾਰਥ ਹੈ ਜੋ ਉਹਦੇ ਤੋਂ ਸਦਕੇ ਕਰ ਦਈਏ, ਵਾਰ ਦਈਏ, ਸਾਨੂੰ ਉਹ ਦਰਸ਼ਨ ਦੇ ਦਵੇ। ਅਸੀਂ ਉਹਦੀ ਮਜਲਸ ਦੇ ਦਰਸ਼ਨ ਚਾਹੁੰਦੇ ਹਾਂ, ਸੱਚਖੰਡ ਦੇ ਦਰਸ਼ਨ ਚਾਹੁੰਦੇ ਹਾਂ, ਉਸ ਪਰਮੇਸ਼ਵਰ ਦੀ ਬੁਲੰਦ ਹਸਤੀ ਨੂੰ ਵੇਖਣਾ ਅਸੀਂ ਚਾਹੁੰਦੇ ਹਾਂ। ਇਹ ਬੇਨਤੀ ਸਿੱਧਾਂ ਨੇ ਕੀਤੀ। ਤੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅੱਗੇ ਇਹ ਸਮਝਾਉਂਦੇ ਨੇ, ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹੋ, ਕਹਿੰਦੇ ਕਰ ਬੰਦਨਾ ਲਖ ਬਾਰ ਥਕ ਪਰਿਓ ਪ੍ਰਭ ਦਰਬਾਰ। ਹੁਣ ਤੁਸੀਂ ਆਖੋਗੇ ਇਹ ਦਰਬਾਰ ਲਫ਼ਜ਼ ਜਿਹੜਾ ਹੈ, ਕੀ ਇਹ ਸਤ ਸੰਗਤ ਲਈ ਵਰਤਿਆ ਇਸ ਪੰਕਤੀ ਵਿੱਚ, ਜਾਂ ਸੱਚਖੰਡ ਲਈ ਵਰਤਿਆ ਜੋ ਅੱਖਾਂ ਦਾ ਵਿਸ਼ਾ ਨਹੀਂ, ਜਾਂ ਕੋਈ ਹੋਰ ਦਰਬਾਰ ਹੈ? ਵੇਖੋ ਫਾਰਸੀ ਦਾ ਲਫ਼ਜ਼ ਹੈ ਦਰਬਾਰ, ਮਜਲਿਸ ਨੂੰ ਕਹਿੰਦੇ ਨੇ, ਬਾਦਸ਼ਾਹ ਦੀ ਸਭਾ ਨੂੰ ਕਹਿੰਦੇ ਨੇ, ਸੱਚਖੰਡ ਨੂੰ ਵੀ ਕਹਿ ਦਿੱਤਾ ਜਾਂਦਾ ਹੈ। ਪਹਿਲੀ ਪੰਕਤੀ ਜਿਹੜੀ ਮੈਂ ਪੜ੍ਹੀ ਹੈ ਵੀ ਬੰਦਨਾ ਕਰੀਏ ਉਸ ਨੂੰ ਲੱਖਾਂ ਵਾਰ, ਤੋ ਉਹਦੇ ਦਰਬਾਰ ਵਿੱਚ ਕਬੂਲ ਹੋਈਏ। ਇੱਥੇ ਦਰਬਾਰ ਦਾ ਮਤਲਬ ਹੈ ਸ਼ਰਨ। ਦੂਸਰਾ ਦਰਬਾਰ ਦਾ ਭਾਵ ਹੈ ਦਰਬਾਰਨ ਮਹਿ ਤੇਰੋ ਦਰਬਾਰਾ ਸ਼ਰਨ ਪਾਲਨ ਟੀਕਾ। ਇੱਥੇ ਦਰਬਾਰਨ ਲਫ਼ਜ਼ ਜਿਹੜਾ ਆਇਆ ਹੈ ਉਹ ਵੱਡੇ ਦਰਬਾਰ ਬਾਰੇ ਹੈ, ਸੱਚਖੰਡ ਬਾਰੇ, ਜੋ ਅੱਖਾਂ ਦਾ ਵਿਸ਼ਾ ਨਹੀਂ, ਇਨਵਿਜ਼ੀਬਲ ਹੈ, ਅਗੋਚਰ ਹੈ। ਮਹਾਰਾਜ ਕਹਿੰਦੇ ਨੇ ਅਨਕ ਇੰਦਰ ਉਬੇ ਦਰਬਾਰ। ਇੱਥੇ ਇੰਦਰ ਦੇਵਤੇ ਦਾ ਜ਼ਿਕਰ ਹੈ, ਉਹ ਨਜ਼ਰੀ ਨਹੀਂ ਆਉਂਦਾ, ਦੇਵਲੋਕ ਦਾ ਮਾਲਕ। ਕਹਿੰਦੇ ਤੇਰੇ ਦਰ ਉੱਤੇ ਉਸ ਸੱਚਖੰਡ ਵਿੱਚ
ਇੰਨੇ ਕ ਇੰਦਰ ਝਾੜੂ ਬਰਦਾਰ ਨੇ, ਸੇਵਾਦਾਰ ਨੇ ਤੇਰੇ ਅੱਗੇ, ਅੰਤ ਨਹੀਂ ਆਉਂਦਾ। ਸੱਚਖੰਡ ਨੂੰ ਵੀ ਦਰਬਾਰ ਕਿਹਾ। ਮਹਾਰਾਜ ਕਹਿੰਦੇ ਸੱਚ ਤੇਰੀ ਸਾਮਗਰੀ, ਸੱਚ ਤੇਰਾ ਦਰਬਾਰਾ। ਇਹ ਸਾਰੇ ਹੀ ਦਰਬਾਰ ਸੱਚ ਨੇ। ਜੇ ਕੋਈ ਆਖੇ ਨਾ ਸਤ ਸੰਗਤ ਹੀ ਦਰਬਾਰ ਹੈ ਤਾਂ ਅਗੋਚਰ ਦਰਬਾਰ ਸੱਚਖੰਡ ਹੈ ਨਹੀਂ। ਮਹਾਰਾਜ ਕਹਿੰਦੇ ਨਹੀਂ, ਸਾਰੇ ਹੀ ਦਰਬਾਰ ਸੱਚੇ ਨੇ, ਸਭ ਕੁਝ ਹੀ ਮੌਜੂਦ ਹੈ। ਇਹ ਗੱਲ ਵੱਖਰੀ ਹੈ, ਅੱਖਾਂ ਨੂੰ ਨਹੀਂ ਦਿਖ ਰਿਹਾ। ਤੋ ਅੱਖਾਂ ਨੂੰ ਤੇ ਫਿਰ ਐਟਮਸ ਵੀ ਨਜ਼ਰੀ ਨਹੀਂ ਆਉਂਦੇ, ਮਾਈਕਰੋਸਕੋਪ ਨਾਲ ਵੀ ਨਹੀਂ ਦਿਖਦੇ। ਜਿੱਥੋਂ ਬੰਦਾ ਪੈਦਾ ਹੋਇਆ ਐਟਮਸ ਤੋਂ ਹੀ ਸੈਲਸ ਕ੍ਰੀਏਟ ਹੋਏ ਨਾ, ਫਿਰ ਆਪਾਂ ਬਣੇ ਆ। ਤੋ ਇਹਦਾ ਮਤਲਬ ਇਹ ਨਹੀਂ ਜੋ ਅੱਖਾਂ ਦਾ ਵਿਸ਼ਾ ਨਾ ਹੋਵੇ ਉਹ ਮੌਜੂਦ ਨਹੀਂ ਹੁੰਦਾ। ਸਭ ਕੁਝ ਹੈ ਦੁਨੀਆ ਤੇ। ਮਹਾਰਾਜ ਕਹਿੰਦੇ ਨੇ ਤੇਰੀ ਸਮਗਰੀ ਸੱਚਖੰਡ, ਬ੍ਰਹਮੰਡ ਦਰਬਾਰ ਸੱਚ, ਭ੍ਰਮਤ ਵਿਆਪਤ ਜਰੇ ਕੀ ਵਾਰਾ, ਜਾਣ ਨਾ ਪਾਈਐ ਪ੍ਰਭ ਦਰਬਾਰਾ। ਪੁੱਛੋ ਜੀ ਫਿਰ ਦਰਬਾਰ ਜੇ ਹੈ ਤੇ ਅਸੀਂ ਪਹੁੰਚ ਕਿਉਂ ਨਹੀਂ ਪਾਉਂਦੇ? ਸੱਚਖੰਡ ਦੇ ਦਰਸ਼ਨ ਕਿਉਂ ਨਹੀਂ ਹੁੰਦੇ? ਕਹਿੰਦੇ ਅਸਲ ਦੇ ਵਿੱਚ ਕਿਵਾੜ ਵੱਜੇ ਹੋਏ ਨੇ, ਦਰਵਾਜ਼ੇ ਵੱਜੇ ਹੋਏ ਨੇ ਤੇਰੇ ਤੇ ਸੱਚਖੰਡ ਦੇ ਦਰਮਿਆਨ। ਉਹ ਕਿਹੜੇ ਦਰਵਾਜ਼ੇ ਨੇ? ਮਾਇਆ ਦੇ ਦਰਵਾਜ਼ੇ। ਮਾਇਆ ਦਾ ਪਰਦਾ, ਸੰਸਾਰ ਦਾ ਮੋਹ ਪਰਮਾਤਮਾ ਤੋਂ ਦੂਰ ਰੱਖਦਾ ਹੈ। ਸੋ ਦਰਬਾਰ ਹੈ। ਐ ਗੁਰੂ ਨਾਨਕ ਉਹ ਦਰਬਾਰ ਨਜ਼ਰੀ ਕਿਵੇਂ ਆਉਂਦਾ ਏ? ਗੁਰੂ ਨਾਨਕ ਸਾਹਿਬ ਅੱਗੇ ਬਚਨ ਕਰਦੇ ਨੇ, ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਇਹ ਵੀ ਬੋਲ ਗੁਰੂ ਨਾਨਕ ਸਾਹਿਬ ਨੇ ਸਿੱਧਾਂ ਦੇ ਸਵਾਲ ਨੂੰ ਆਪਣੀ ਭਾਸ਼ਾ ਵਿੱਚ ਲਿਖਦਿਆਂ ਪ੍ਰਗਟ ਕੀਤੇ ਨੇ। ਦੂਸਰਾ ਸਵਾਲ ਖੜਾ ਕਰ ਦਿੱਤਾ ਸਿੱਧਾ। ਕਹਿੰਦੇ ਭੇਟਾ ਰੱਖਣ ਤੋਂ ਬਾਅਦ ਆਪਣੇ ਮੂੰਹੋਂ, ਆਪਣੇ ਗਲੂਏ ਚੋਂ ਕਿਹੜਾ ਬੋਲਣ ਬੋਲੀਏ, ਕੈਸਾ ਵਾਰਤਾਲਾਪ ਕਰੀਏ, ਕਿਹੜੀ ਬਾਣੀ ਪ੍ਰਗਟ ਕਰੀਏ, ਕਿਹੜਾ ਸ਼ਬਦ ਜਾਲ ਪ੍ਰਗਟ ਕਰੀਏ, ਕਿਹੜਾ ਵਾਕਸ਼ਲ ਗਲੂਏ ਚੋਂ ਬਾਹਰ ਕੱਢੀਏ। ਤੋ ਪ੍ਰਮਾਤਮਾ ਸਨੇਹ ਦੇ ਨਾਲ, ਪ੍ਰੇਮ ਦੇ ਨਾਲ ਸਾਡੀ ਬਾਣੀ ਨੂੰ ਸੁਣ ਲਵੇ। ਤੋ ਮਹਾਰਾਜ ਔਰ ਜਦੋਂ ਸਾਡੀ ਬਾਣੀ ਨੂੰ ਉਹ ਸੁਣੇ ਤੇ ਸਾਡੇ ਨਾਲ ਉਹ ਪਿਆਰ ਕਰੇ, ਸਾਨੂੰ ਚਰਨਾਂ ਵਿੱਚ ਜਗ੍ਹਾ ਦੇਵੇ, ਸਨੇਹ ਕਰੇ ਸਾਡੇ ਨਾਲ, ਮੁਹੱਬਤ ਕਰੇ ਸਾਡੇ ਨਾਲ। ਬਾਣੀ ਕਹਿੰਦੀ ਹੈ, ਮੈਂ ਹਰ ਪ੍ਰਭ ਪਿਆਰਾ ਦਸ ਗੁਰ, ਮਿਲ ਹਰ ਮਨ ਮੰਨੇ। ਐ ਗੁਰੂ ਨਾਨਕ ਪਰਮ ਈਸ਼ਵਰ, ਮੈਨੂੰ ਦੱਸ ਤੇਰਾ ਨਿਰਗੁਣ ਸਰੂਪ ਪਿਆਰਾ ਅਕਾਲ ਪੁਰਖ ਕਿਵੇਂ ਮਿਲਦਾ ਏ, ਕਿਵੇਂ ਪ੍ਰਾਪਤ ਹੁੰਦਾ ਏ, ਕਿਹੜੇ ਗੀਤ ਗਾਈਏ, ਕਿਹੜੇ ਗੁਣਾਂ ਦੇ ਧਾਰਨੀ ਬਣੀਏ। ਉਹ ਖੁਸ਼ ਹੋ ਕੇ ਚਰਨਾਂ ਵਿੱਚ ਜਗ੍ਹਾ ਬਖਸ਼ ਦਵੇ। ਹੁਣ ਅਗਲੀ ਪੰਕਤੀ ਵਿੱਚ ਗੁਰੂ ਨਾਨਕ ਸਾਹਿਬ ਇਹ ਸਭ ਸਵਾਲਾਂ ਦਾ ਜਵਾਬ ਦਿੰਦੇ ਨੇ। ਅੰਮ੍ਰਿਤ ਵੇਲਾ ਸੱਚ ਨਾਓ, ਵਡਿਆਈ ਵਿਚਾਰ। ਮਹਾਰਾਜ ਕਹਿੰਦੇ ਸਿੱਧੋ ਅੰਮ੍ਰਿਤ ਵੇਲੇ ਉੱਠ ਕਰਕੇ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਕਰੋ, ਉਹਦੇ ਗੁਣਾਂ ਦੀ ਵਿਚਾਰ ਕਰੋ। ਅੰਮ੍ਰਿਤ ਵੇਲਾ ਕੀ ਹੈ? ਜਦੋਂ ਰਾਤ ਮੁੱਕਣ ਵਾਲੀ ਹੋਵੇ ਨਾ, ਰਾਤ ਦੇ ਪਿਛਲੇ ਹਿੱਸੇ ਦੀਆਂ ਪੋਹ ਫੁੱਟਣ ਤੋਂ ਪਹਿਲੀਆਂ 4 ਘੜੀਆਂ, ਦਿਨ ਚੜ੍ਹਨ ਤੋਂ ਪਹਿਲਾਂ ਦੀਆਂ 4 ਘੜੀਆਂ, ਇਹ ਆਪੋ ਆਪਣੀ ਅਵਸਥਾ ਤੇ ਨਿਰਭਰ ਕਰਦਾ ਹੈ। ਵੈਸੇ 4 ਵਜੇ ਅੰਮ੍ਰਿਤ ਵੇਲਾ ਹੁੰਦਾ ਹੈ। ਕਈ ਮਹਾਂਪੁਰਸ਼ ਮਹਾਤਮਾ ਦਿਨ ਚੜ੍ਹਦਿਆਂ ਹੀ 12 ਜਦੋਂ ਵੱਜ ਜਾਂਦੇ ਨੇ, 12:15 ਉੱਠ ਕੇ ਇਸ਼ਨਾਨ ਕਰਕੇ ਚੌਂਕੜਾ ਲਾ ਲੈਂਦੇ ਨੇ। ਸੋ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਦੀ ਬਾਤ ਹੈ। ਲਫ਼ਜ਼ ਵਰਤਿਆ ਹੈ ਵਡਿਆਈ। ਵਡਿਆਈ ਦਾ ਭਾਵ ਹੈ ਵੱਡਾਪਨ, ਸ਼ੋਭਾ, ਬਜ਼ੁਰਗੀ। ਪਰਮਾਤਮਾ ਦੇ ਜੋ ਮਹਾਨ ਗੁਣ ਨੇ ਉਹਨਾਂ ਦੀ ਵਿਚਾਰ ਕਰੋ, ਵਾਰਤਾਲਾਪ ਕਰੋ, ਅੰਮ੍ਰਿਤ ਵੇਲੇ ਉੱਠ ਕੇ ਉਸ ਦੇ ਗੀਤ ਗਾਓ। ਸੋ ਇਹ ਜਿਹੜਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਅੰਮ੍ਰਿਤ ਵੇਲੇ ਬਾਬਤ ਸਾਨੂੰ ਫੁਰਮਾਨ ਕਰਦੇ ਨੇ,
ये प्रभात का समा है, जदों अमृत वरसदा है, पूर्ण खिड़ाओ हुंदा है, जिस वेले मन संसारी झंबेलियां तो वेला हुंदा है। ये अकाल पुरख दे सच्चे नाम नूं जपण दा समा हुंदा है। सतनाम दी वडियाई विचार करन दा भला समा हुंदा है, सिमरन करन दा समा हुंदा है। अमृत वेला सांभण वालियां नूं की मिलदा है? करमी आवे कपड़ा नदरी मोख दुआर। इत्थे लफ्ज़ वरतिया करमी, कर्मां नूं कहिंदे ने, प्रालब्ध नूं, पिछले कीते हुए कर्म। कपड़ा सिरों पाऊ नूं कहा, इत्थे वस्त्र नूं कहा है, पट नूं कहा है, खिलत नूं कहा है, जो सानू इनाम विच मिल जावे। सो महाराज एक लफ्ज़ वरतदे ने नदरी, जिहड़ा नदर लफ्ज़ है ना, अरबी दा लफ्ज़ है, दृष्टि नूं कहिंदे ने, पर गुरबाणी विच परमात्मा दी मेहर दी नज़र नूं नदर लफ्ज़ नाल बयान किया गया है। फिर मोख लफ्ज़ है, छुटकारे नूं कहा। छुटकारा कित्थों हासिल करना चाहुंदे हैं? रोगां तो, सोगां तो, डिप्रैशन तो, 84 लाख जूना तो। द्वार कहा जाता है मुक्ति दे दरवाजे नूं। महाराज कहिंदे ने जेड़ा अमृत वेले उठ के बाणी पढ़ेगा ओदे ते प्रभु दी नदर सवली होवेगी, उसनों भगती रूप सिरों पाओ मिलेगा, भगती रूप दात मिलेगी। ते जेड़ा फिर भगती करेगा उन्होंने मुक्ति का दरवाजा ज्ञान मिल जाएगा। वो 84 लाख जूना तो, रोगां सोगां तो, बंधना तो मुक्त हो जाएगा। अमृत वेला सांभना हर सिख लई, हर मनुख लई लाजमी है। जो इहदे शाब्दिक अर्थ ने ना अमृत वेले दे, वो है अमृतवई समा। रात दे पिछले हिस्से दियां पौह फुटण तो पहलां दियां 4 घड़ियां महाराज कहिंदे ने ये मुक्ति दा वेला है, ये मोक्ष दा वेला है। सिख अध्यात्मक खेतर दे विच मन दी इकाग्रता लई अते अकाल पुरख दा नाम जपण लई सब तो उत्साहजनक सहायक समा अमृत वेले नूं मनदे ने। श्री गुरु अंगद देव महाराज सच्चे पातशाह अमृत वेले बाबत ये बचन करते ने, चौथे पहर सबाहा कै सुरतिया उपजै चाओ। इथे लफ्ज़ है सबाहा। तो मैं प्रोफैसर साहब सिंह हुणां दा अर्थ पढ़िया, वो मैनू ठीक नहीं लग्या। उन्हां सबा लफ्ज़ सवेर नूं कहा है, ते जे सवेर दा चौथा पैर गिणीए वो तो फिर शामां हो जांदियां ने, ये अर्थ ठीक नहीं है। इत्थे सबाहा लफ्ज़ बनिया है शब तो, रात तो रात दे चौथे पहर दा भाव अखीरला समा जदों पौह फुटण वाला हुंदा है, जदों सवेर होण वाली हुंदी है। सो शब अर्थ करना है इत्थे सबाहा दा, प्रभात दा समा, अमृत वेले दा समा। महाराज कहिंदे फिर कुछ गुरमुख प्यारे उठते ने, तिन्ना दरियावा स्यों दोस्ती मन मुख सच्चा नाओ। उन्हां दी फिर जिहड़ी दोस्ती है वो दरियावां नाल है, भाव जल दे नाल। वो अमृत वेले उठ के इशनान करते ने, फिर मन दे नाल सच्चा नाम धारदे ने, जो मुख राहीं फिर गाउंदे ने। फिर वो समय बाबत कहिंदे ने, उथै अमृत वंडिया करमी होए पसाओ। इउं समझो उस समय परमात्मा अमृत वंड रहा हुंदा है। असल विच भांडा तैयार होवे ते अमृत टिके ना। हुण घड़े विच ते तरेड़ां आईयां ते जल कित्थे टिके? जे 9 बजे उठ के नितनेम करोगे तो सुरती खिंडी हुंदी है, मन विच कई तरेड़ां आईयां हुंदियां भी आ भी काम कर लवां, वो भी कर लवां, नाम टिके कित्थे?
ਤੋ ਅੰਮ੍ਰਿਤ ਵੇਲੇ ਮਨ ਦਾ ਭਾਂਡਾ ਜਿਹੜਾ ਹੈ ਤਿੜਕਿਆ ਨਹੀਂ ਹੁੰਦਾ, ਉਹਦੇ ਵਿੱਚ ਅੰਮ੍ਰਿਤ ਟਿਕ ਜਾਂਦਾ ਹੈ। ਜੇ ਹੋਵੈ ਨਦਰ ਸਰਾਫ ਕੀ ਬਹੁੜ ਨਾ ਪਾਈ ਤਾਓ, ਜੇ ਗੁਰੂ ਪਰਮੇਸ਼ਰ ਦੀ ਨਜ਼ਰ ਚੜ ਗਿਆ ਉਸ ਵੇਲੇ ਪੜੀ ਬਾਣੀ ਪ੍ਰਵਾਨ ਹੋ ਗਈ, ਫਿਰ ਤੂੰ ਜੰਮਣ ਮਰਨ ਦੇ ਵਿੱਚ ਕਦੇ ਨਹੀਂ ਆਵੇਂਗਾ, ਤੇਰਾ ਆਵਾਗਮਨ ਮਿਟ ਜਾਵੇਗਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਕ ਜਗ੍ਹਾ ਹੋਰ ਸਮਝਾਉਂਦੇ ਨੇ, ਕਹਿੰਦੇ ਜੇ ਨਾਮ ਸਲਾਉਣਾ ਹੈ ਨਾ ਤੇ ਅਨੁਕੂਲ ਸਮਾਂ ਸਭ ਤੋਂ ਇਹ ਹੈ ਸਾਬਾਹੀ ਸਾਲਾਹਾ, ਜਿਨੀ ਧਿਆਇਆ ਇੱਕ ਮਨ। ਜਿਨ੍ਹਾਂ ਨੇ ਸੁਬਾ ਅੰਮ੍ਰਿਤ ਵੇਲੇ ਤੜਕੇ ਸ਼ਬਦ ਦੇ ਅਖੀਰਲੇ ਪਹਿਰ ਪਰਮਾਤਮਾ ਦਾ ਨਾਮ ਧਿਆਇਆ ਹੈ, ਸਿਫਤੋ ਸਲਾਹ ਕੀਤੀ ਹੈ, ਮਹਾਰਾਜ ਉਹਨਾਂ ਨੂੰ ਕੀ ਮਿਲਿਆ? ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਪੂਰੇ ਸ਼ਾਹ ਨੇ, ਨਾਮ ਦੇ ਉਹ ਭੰਡਾਰੇ ਨੇ, ਵਿਕਾਰ ਉਹਨਾਂ ਨੇ ਮਿਟਾ ਸੁੱਟੇ ਨੇ। ਸੇਈ ਪੂਰੇ ਸਾਹਾ ਵਕਤੈ ਉੱਪਰ ਲੜ ਮੁਏ, ਅਸਲ ਉਹ ਸਹੀ ਵਕਤ ਤੇ ਲੜੇ ਨੇ ਵਿਕਾਰਾਂ ਦੇ ਨਾਲ। ਮੈਦਾਨਾਂ ਦੇ ਵਿੱਚ ਜੰਗ ਹੋ ਰਿਹਾ ਹੈ, ਇਹ ਮਨੁੱਖਾ ਜਨਮ ਮੈਦਾਨ ਹੈ ਜੰਗ ਦਾ। ਤੋ ਮਨ ਦਾ ਝਗੜਾ ਚੱਲ ਰਿਹਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ, ਔਰ ਇਹ ਵਿਕਾਰਾਂ ਨੂੰ ਕੱਟਣ ਦਾ ਵੱਢਣ ਦਾ ਅਨੁਕੂਲ ਸਮਾਂ ਹੈ ਅੰਮ੍ਰਿਤ ਵੇਲਾ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਵਿਕਾਰ ਵੱਢ ਸੁੱਟੇ ਕੱਟ ਸੁੱਟੇ, ਤੋ ਉਹੀ ਪੂਰੇ ਸ਼ਾਹ ਨੇ, ਪੂਰੇ ਸੂਰਮੇ ਨੇ। ਅੱਛਾ, ਮਹਾਰਾਜ ਗੁਰੂ ਨਾਨਕ ਸਾਹਿਬ ਜੇ ਭਲਾ ਅੰਮ੍ਰਿਤ ਵੇਲਾ ਨਾ ਸਾਂਭਿਆ ਜਾਵੇ, ਸੂਰਜ ਜਾਵੇ ਚੜ, ਕੀ ਬਾਣੀ ਪੜ੍ਹੀ ਪ੍ਰਵਾਨ ਨਹੀਂ ਹੋਵੇਗੀ? ਤੋ ਮਹਾਰਾਜ ਕਹਿੰਦੇ ਨੇ ਦੂਜੈ ਬਹੁਤੇ ਰਾਹਾ ਮਨ ਕੀਆਂ ਮਤੀ ਖਿੰਡੀਆਂ। ਕਹਿੰਦੇ ਜਦੋਂ ਅਗਲਾ ਪੈਰ ਸ਼ੁਰੂ ਹੋ ਗਿਆ ਨਾ, ਸੂਰਜ ਦੀ ਟਿੱਕੀ ਨਿਕਲ ਆਈ, ਦਿਨ ਗਿਆ ਚੜ, ਤੋ ਮਨ ਦੀਆਂ ਜਿਹੜੀਆਂ ਵਾਸ਼ਨਾਵਾਂ ਨੇ ਉਹ ਜ਼ੋਰ ਪਾਉਣਗੀਆਂ। ਤੇ ਜਦੋਂ ਉਹਨਾਂ ਨੇ ਧਾਵਾ ਬੋਲ ਦਿੱਤਾ, ਜਦੋਂ ਮਤ ਤੇਰੀ ਖਿੰਡੀ ਗਈ ਖਿਲਰ ਗਈ, ਫਿਰ ਨਾਮ ਇਕਾਗਰਤਾ ਨਾਲ ਜਪਿਆ ਨਹੀਂ ਜਾਣਾ, ਫਲ ਘਟ ਜਾਵੇਗਾ। ਦੇਖੋ ਹੁਣ 4 ਵਜੇ ਤੜਕੇ ਉੱਠ ਕੇ ਨਾ ਤੇ ਨਿਆਣੇ ਹੀ ਤਿਆਰ ਕਰਨੇ ਤੁਸੀਂ, ਨਾ ਦੁਕਾਨ ਹੀ ਖੋਲ੍ਹਣੀ ਹੈ, ਨਾ ਕਿਸੇ ਦਾ ਫੋਨ ਹੀ ਆਉਣਾ ਹੈ। ਸੁਰਤੀ ਇਕਾਗਰ ਸੁਖਾਲੀ ਹੁੰਦੀ ਹੈ, ਤੋ ਇਕਾਗਰ ਚਿੱਤ ਹੋ ਕੇ ਪੜ੍ਹੀ ਬਾਣੀ ਦਾ ਫਲ ਵੱਧ ਗਿਆ। ਤੇ ਜੇ ਵੱਜ ਗਏ 9, ਸੁੱਤੇ ਉੱਠੇ ਤੁਸੀਂ, ਭਾਜੜ ਪਈ ਹੋਣੀ ਵੀ ਲੇਟ ਹੋ ਗਏ, ਬੱਚੇ ਸਕੂਲੇ ਘੱਲਣੇ ਸੀ, ਪ੍ਰਸ਼ਾਦਾ ਪਾਣੀ ਤਿਆਰ ਕਰਨਾ ਸੀ, ਦੁਕਾਨ ਖੋਲ੍ਹਣੀ ਸੀ, ਫੋਨ ਆਉਣ ਲੱਗ ਪਏ, ਮੱਤ ਖਿੰਡੀ ਗਈ, ਮੱਤ ਖਿਲਰ ਗਈ। ਤੋ ਮਹਾਰਾਜ ਕਹਿੰਦੇ ਬਾਣੀ ਪੜ੍ਹੀ ਖਿੰਡੀ ਮੱਤ ਨਾਲ ਵੀ ਪ੍ਰਵਾਨ ਹੈ, ਪਰ ਫਲ ਘਟ ਜਾਣਾ ਹੈ। ਹੁਣ ਮੰਨ ਲਓ ਖੇਤ ਨੂੰ ਪਾਣੀ ਲਾਇਆ, ਖੇਤ ਬਿਜਾਈ ਤੇ ਆ ਤੇ ਤੁਸੀਂ ਬੀਜ ਸੁੱਟਿਆ ਹੀ ਨਾ, ਖੇਤ ਗਿਆ ਸੁੱਕੇ ਖੇਤ ਵਿੱਚ ਬੀਜ ਸੁੱਟਿਆ, ਫਸਲ ਉੱਗੀ ਤੇ ਹੈ ਪਰ ਵਿਰਲੀ ਵਿਰਲੀ, ਫਲ ਥੋੜਾ ਪਵੇਗਾ। ਤੋ ਜੇ ਸਿੰਚਾਈ ਕੀਤੇ ਖੇਤ ਵਿੱਚ ਵੱਤਰ ਦੇ ਸਮੇਂ ਫਸਲ ਬੀਜ ਦਿੱਤੀ ਤੇ ਫਲ ਵੱਧ ਜਾਣਾ ਹੈ। ਸੋ ਇਕਾਗਰਤਾ ਨਾਲ ਨਾਮ ਦਾ ਬੀਜਿਆ ਹੋਇਆ ਬੀਜ ਵੱਧ ਫਲ ਦਿੰਦਾ ਹੈ, ਮੁਕਤੀ ਦਿੰਦਾ ਹੈ। ਤੋ ਸਮੇਂ ਤੋਂ ਬਾਅਦਾ ਪੜੀ ਹੋਈ ਬਾਣੀ ਫਲ ਤੇ ਦਿੰਦੀ ਹੈ, ਪਰ ਫਲ ਘਟ ਜਾਂਦਾ ਹੈ। ਮਹਾਰਾਜ ਕਹਿੰਦੇ ਬਹੁਤ ਪਏ ਅਸਗਾਹਾ ਗੋਤੇ ਖਾਹੇ ਨਾ ਨਿਕਲੈ ਹੈ। ਜਦੋਂ ਦੇਰੀ ਹੋ ਗਈ ਨਾਮ ਜਪਣ ਵਿੱਚ, ਐਸਾ ਮਨ ਵਿਕਾਰਾਂ ਵਿੱਚ ਦੌੜਿਆ, ਐਸਾ ਮਨ ਵਿਕਾਰਾਂ ਦੀਆਂ ਛੱਲਾਂ ਵਿੱਚ ਗੋਤੇ ਖਾਣ ਲੱਗਾ, ਫਿਰ ਨਿਕਲਿਆ ਨਾ ਗਿਆ, ਫਿਰ ਬਾਣੀ ਪੜ੍ਹੀ ਨਾ ਗਈ, ਫਿਰ ਮੁਕਤੀ ਨਾ ਮਿਲੀ, 84 ਲੱਖ ਜੂਨਾਂ ਦੀਆਂ ਛੱਲਾਂ ਵਿੱਚ ਡੁੱਬ ਕੇ ਰਹਿ ਗਿਆ। ਬਾਬਾ ਫਰੀਦ ਜੀ ਤੇ ਬੜੇ ਤੱਤੇ ਹੁੰਦੇ ਨੇ, ਵੈਸੇ ਸੂਫੀ ਸੰਤ ਠੰਡੇ ਨੇ, ਇੱਥੇ ਤੱਤੇ ਹੋ ਗਏ। ਕਹਿੰਦੇ ਜਿਹੜਾ ਅੰਮ੍ਰਿਤ ਵੇਲੇ ਨਹੀਂ ਨਾ ਉੱਠਦਾ, ਫਰੀਦਾ ਪਿਛਲ ਰਾਤ ਨਾ ਜਾਗੇ ਓਹੇ,
ਜੀ ਵੰਦੜੋ ਮੋਇਓ ਹੈ। ਉਹ ਅਧਿਆਤਮਕ ਦੁਨੀਆ ਵਿੱਚ ਮਰਿਆ ਹੋਇਆ ਹੈ, ਲੋਕਾਂ ਲਈ ਜੀਂਦਾ ਹੈ, ਰੱਬ ਦੇ ਦਰ ਤੇ ਮਰਿਆ ਹੋਇਆ ਹੈ। ਰੱਬ ਕਹਿੰਦੇ ਤੇਰੇ ਕੱਲੇ ਕੱਲੇ ਨੂੰ ਕਰਮ ਨੂੰ ਵਾਚ ਰਿਹਾ ਹੈ। ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਤੂੰ ਭੁੱਲ ਗਿਆ ਰੱਬ ਨੂੰ, ਉਹ ਤੈਨੂੰ ਨਹੀਂ ਭੁੱਲਿਆ। ਹਰ ਕੀਤੇ ਕਰਮ ਨੂੰ ਚੰਗੀ ਤਰ੍ਹਾਂ ਵੇਖ ਰਿਹਾ ਹੈ। ਗੁਰੂ ਰਾਮਦਾਸ ਪਾਤਸ਼ਾਹ ਨੇ ਤੇ ਸਿੱਖ ਲਈ ਇਹ ਮਰਿਆਦਾ ਪੱਥਰ ਤੇ ਲਕੀਰ ਵਾਂਗ ਪ੍ਰਗਟ ਕਰ ਦਿੱਤੀ ਵੀ ਤੈਨੂੰ ਇਹ ਸਿਧਾਂਤ ਅਪਣਾ ਕੇ ਹੀ ਸਿੱਖੀ ਮਿਲਣੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਕਹਿੰਦੇ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰ, ਬਾਣੀ ਪੜ੍ਹ। ਮਹਾਰਾਜ ਕੀ ਇੱਕ ਦਿਨ ਇਸ ਸਿਧਾਂਤ ਤੇ ਚੱਲਿਆਂ ਸਿੱਖੀ ਮਿਲ ਜਾਵੇਗੀ? ਕਹਿੰਦੇ ਨਹੀਂ। ਅੱਜ ਤੋਂ ਬਾਅਦ ਜਿਹੜਾ ਵੀ ਦਿਨ ਚੜ੍ਹੇਗਾ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ। ਤੈਨੂੰ ਰੋਜ਼ ਨਿਤਾ ਪ੍ਰਤੀ ਅੰਮ੍ਰਿਤ ਵੇਲਾ ਸਾਂਭਣਾ ਪੈਣਾ। ਉਹਦੇ ਬਾਅਦ ਤੂੰ ਬੈਠ, ਚਾਹੇ ਲੇਟ ਚਾਹੇ ਕਿਰਤ ਕਰ, ਨਾਮ ਨੂੰ ਧਿਆਉਂਦਾ ਰਹਿ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਹੜਾ ਹਰ ਸਾਹ ਦੇ ਨਾਲ ਪਰਮਾਤਮਾ ਦੇ ਗੀਤ ਗਾਉਂਦਾ, ਕਹਿੰਦੇ ਮੈਨੂੰ ਭਾਉਂਦਾ ਏ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾਹਾ ਨਾਮ ਜਪਾਵੈ। ਉਹਦੀ ਚਰਨ ਧੂੜੀ ਮਹਾਰਾਜ ਕਹਿੰਦੇ ਚਾਹੀਦੀ ਹੈ। ਮਸਤਕ ਨੂੰ ਲਾਉਂਦਿਆਂ ਤਰ ਜਾਓਗੇ। ਗੁਰੂ ਅਰਜਨ ਸਾਹਿਬ ਪਾਤਸ਼ਾਹ ਵੀ ਸਿੱਧਾ ਹੀ ਹੁਕਮ ਕਰਦੇ ਨੇ, ਨਾਮ ਕਦੋਂ ਜਪੀਏ ਜੀ? ਝਾ ਲਾਗੇ ਉਠ ਨਾਮ ਜਪ ਨਿਸ ਬਾਸੁਰ ਆਰਾਧ। ਝਾ ਲਾਗੇ ਦਾ ਭਾਵ ਹੈ ਝਾਲਾ ਤੋਂ ਅਗਰ, ਭਾਵ ਰੌਸ਼ਨੀ ਤੋਂ ਪਹਿਲਾਂ, ਦਿਨ ਚੜ੍ਹਨ ਤੋਂ ਪਹਿਲਾਂ ਨਾਮ ਜਪ। ਹੁਣ ਕਈ ਜਿਹੜੇ 9 ਵਜੇ ਤੱਕ ਸੁੱਤੇ ਨਹੀਂ ਉੱਠਦੇ, ਉਹ ਕਹਿ ਦਿੰਦੇ ਜੀ ਜਦੋਂ ਨਾਮ ਜਪੋ ਉਹੀ ਵੇਲਾ ਅੰਮ੍ਰਿਤ ਹੈ, ਤੜਕੇ ਉੱਠਣ ਦੀ ਲੋੜ ਨਹੀਂ। ਇੱਦਾਂ ਨਹੀਂ ਹੈ, ਤੜਕੇ ਉੱਠਣਾ ਹੀ ਪੈਣਾ। ਹਾਂ, ਉਹਦੇ ਬਾਅਦ ਜਦੋਂ ਵੀ ਜਪੇਗਾ ਹਰ ਵੇਲੇ ਨੂੰ ਨਾਮ ਅੰਮ੍ਰਿਤ ਤੇ ਬਣਾ ਹੀ ਦਿੰਦਾ ਹੈ। ਪਰ ਇਹ ਬਹਾਨਾ ਨਹੀਂ ਚੱਲਣਾ ਵੀ ਅੰਮ੍ਰਿਤ ਵੇਲਾ ਛੱਡ ਦਵੇਂ ਤੂੰ। ਉਹ ਹੁਣ ਇਸ ਪੰਕਤੀ ਦਾ ਖੰਡਨ ਕਰ ਹੀ ਨਹੀਂ ਸਕਦੇ। ਕਿਵੇਂ ਕਰਨਗੇ? ਚਾ ਲਾਗੇ ਦਾ ਜਿਹੜਾ ਅਰਥ ਹੈ ਉਹ ਸਾਫ਼ ਹੈ, ਦਿਨ ਚੜ੍ਹਨ ਤੋਂ ਪਹਿਲਾਂ, ਮੂੰਹ ਹਨੇਰੇ, ਅੰਮ੍ਰਿਤ ਵੇਲੇ। ਸੋ ਮਹਾਰਾਜ ਕਹਿੰਦੇ ਨਾਮ ਜਪ, ਅਕਾਲ ਪੁਰਖ ਦੇ ਗੀਤ ਗਾ ਜਦੋਂ ਪ੍ਰਭਾਤ ਹੁੰਦੀ ਹੈ। ਕਾਰਾ ਤੁਝੇ ਨਾ ਵਿਆਪਈ ਨਾਨਕ ਮਿਟੈ ਉਪਾਦ। ਮਹਾਰਾਜ ਕੀ ਫਲ ਮਿਲੇਗਾ? ਕਹਿੰਦੇ ਨੇ ਤੇਰੇ ਜੀਵਨ ਵਿੱਚ ਡਿਪਰੈਸ਼ਨ, ਕਾਰਾ, ਝੋਰਾ, ਚਿੰਤਾ ਨਹੀਂ ਰਵੇਗੀ। ਮਿਟੈ ਉਪਾਦ, ਜੀਵਨ ਚੋਂ ਝਗੜੇ ਮਿਟਣਗੇ, ਵਿਕਾਰਾਂ ਨਾਲੋਂ ਝਗੜੇ ਮਿਟਣਗੇ। ਤੂੰ ਵਿਕਾਰਾਂ ਨੂੰ ਜਿੱਤ ਕੇ ਮੁਕਤੀ ਪਾਵੇਂਗਾ, ਜਮਾਂ ਤੇ ਵੀ ਜਿੱਤ ਹਾਸਲ ਕਰ ਲਵੇਂਗਾ। ਤੈਨੂੰ ਮੌਤ ਤੇ ਆਵੇਗੀ ਪਰ ਤੇਰਾ ਨਾਮ ਅਮਰ ਰਵੇਗਾ, ਮੌਤ ਦੁੱਖ ਨਹੀਂ ਦੇ ਪਾਵੇਗੀ। ਜਿਵੇਂ ਸੱਪ ਕੁੰਜ ਲਾ ਦਿੰਦਾ ਹੈ, ਇਉਂ ਸਰੀਰ ਤਿਆਗ ਦਵੇਂਗਾ, ਭਾਵ ਮੁਕਤੀ ਹਾਸਲ ਕਰੇਗਾ। ਨਾਨਕ ਅਨ ਦਿਨ ਨਾਮ ਧਿਆਏ ਤੂੰ ਅੰਤਰ, ਜਿਤ ਪਾਵਹਿ ਮੋਖ ਦਵਾਰ। ਜਿਹੜੇ ਇਉਂ ਅੰਮ੍ਰਿਤ ਵੇਲੇ ਉੱਠ ਕੇ ਨਾਮ ਧਿਆਉਂਦੇ ਨੇ, ਉਹਨਾਂ ਨੂੰ ਮੁਕਤੀ ਮਿਲੀ, ਵਡਿਆਈ ਦਾ ਸਿਰੋਂ ਪਾਉ ਪ੍ਰਾਪਤ ਹੁੰਦਾ ਏ। ਅੱਗੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਕਹਿੰਦੇ ਹੈ ਸਿੱਧੋ, ਪਰਮਾਤਮਾ ਹੀ ਇੱਕ ਦੁਨੀਆ ਤੇ ਸਚਿਆਰ ਹੈ। ਇਸ ਤਰ੍ਹਾਂ ਜਾਣਿਆ ਜਾਂਦਾ ਹੈ, ਸੱਚ ਨੂੰ ਧਾਰਨੇ ਵਾਲਾ ਹੈ। ਪਤਾ ਕਿੰਨਾਂ ਨੂੰ ਉਹ ਚਰਨਾਂ ਵਿੱਚ ਜਗ੍ਹਾ ਮਿਲੇਗਾ, ਕਿੰਨਾਂ ਨੂੰ ਆਪਣੇ ਪਾਵਨ ਚਰਨਾਂ ਵਿੱਚ ਸਥਾਨ ਬਖਸ਼ੇਗਾ, ਕਿੰਨਾਂ ਨੂੰ ਪ੍ਰਵਾਨ ਕਰੇਗਾ, ਕਿੰਨਾਂ ਨੂੰ ਉਹਦੇ ਦਰਬਾਰ ਦੇ ਦਰਸ਼ਨ ਹੋਣਗੇ? ਜਿਹੜੇ ਸਚਿਆਰ ਨੇ, ਸੱਚ ਬੋਲਦੇ ਨੇ, ਸੱਚ ਨੂੰ ਧਾਰਨੇ ਵਾਲੇ ਨੇ। ਸੋ ਪਰਮਾਤਮਾ ਆਪ ਵੀ ਸਚਿਆਰ ਹੈ ਔਰ ਉਹਨੂੰ ਸੱਚੇ ਹੀ ਪਾਉਂਦੇ ਨੇ। ਉਹਨੂੰ ਕੁਫਰ ਤੋਲਣ ਵਾਲੇ, ਝੂਠ ਬੋਲਣ ਵਾਲੇ ਪਾਉਂਦੇ ਨਹੀਂ।
ਉਹਨਾਂ ਦੀ ਜਗ੍ਹਾ ਨਰਕ ਹੁੰਦੀ ਹੈ। ਸੱਚਖੰਡ ਵਿੱਚ ਉਹੀ ਟਿਕਿਆ ਜੋ ਸੱਚ ਸਰੂਪ ਹੋ ਗਿਆ। ਤੋ ਉਹ ਹਰ ਜਗ੍ਹਾ ਹਰ ਠੌਰ ਆਪ ਹੀ ਪ੍ਰਗਟ ਹੈ, ਹਰ ਜਗ੍ਹਾ ਉਹ ਮੌਜੂਦ ਹੈ, ਹਰ ਜ਼ਰੇ ਵਿੱਚ ਉਹਦਾ ਵਾਸਾ ਹੈ। ਇਹ ਨਹੀਂ ਕਿਹਾ ਜਾ ਸਕਦਾ ਪ੍ਰਮਾਤਮਾ ਇੱਥੇ ਹੈ ਉੱਥੇ ਨਹੀਂ। ਸਾਚੇ ਸਚਿਆਰ ਵਿਟਹੁ ਕੁਰਬਾਨ, ਨਾ ਤਿਸ ਰੂਪ ਵਰਨ ਨਹੀਂ ਰੇਖਿਆ, ਸਾਚੈ ਸ਼ਬਦ ਨਿਸ਼ਾਨ। ਉਸ ਸਚਿਆਰ ਤੋਂ ਵਾਰੇ ਜਾਈਏ, ਉਹਦਾ ਰੂਪ ਰੰਗ ਤੇ ਕੋਈ ਹੈ ਨਹੀਂ ਹੈ, ਪਰ ਗੁਰੂ ਦੇ ਸ਼ਬਦ ਨਾਲ ਨਿਸ਼ਾਨ ਭਾਵ ਉਹ ਪ੍ਰਗਟ ਹੋ ਜਾਂਦਾ ਹੈ, ਪ੍ਰਾਪਤ ਹੋ ਜਾਂਦਾ ਹੈ। ਸੋ ਐਸਾ ਜਿਹੜਾ ਪਰਮੇਸ਼ਵਰ ਹੈ ਉਹ ਹਰ ਜ਼ਰੇ ਵਿੱਚ ਸੱਚ ਸਰੂਪ ਹੈ, ਪ੍ਰਗਟ ਹੈ। ਜਲ ਥਲ ਬਨ ਪਰਬਤ ਪਾਤਾਲ, ਪਰਮੇਸ਼ਵਰ ਤਹਿ ਬਸਹਿ ਦਇਆਲ। ਮਹਾਰਾਜ ਕਹਿੰਦੇ ਉਹ ਪਾਣੀ ਵਿੱਚ, ਸਾਗਰ ਵਿੱਚ, ਉਹ ਧਰਤੀ ਤੇ, ਉਹ ਜੰਗਲਾਂ ਵਿੱਚ, ਉਹ ਪਹਾੜਾਂ ਵਿੱਚ, ਉਹ ਪਾਤਾਲ ਵਿੱਚ, ਹਰ ਜਗ੍ਹਾ ਮੌਜੂਦ ਹੈ। ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਔਰ ਦਿਆਲੂ ਹੈ, ਸਭ ਦੀ ਪਰਵਰਿਸ਼ ਕਰਨ ਵਾਲਾ ਹੈ। ਸੋ ਹੇ ਸਿੱਧ ਜਨੋ, ਸੰਗਤ ਜੀ, ਮਿਲਿਆ ਉਹਨਾਂ ਨੂੰ ਜਿਹੜੇ ਸੱਚ ਦੇ ਪਹਿਰੇਦਾਰ ਬਣ ਗਏ, ਜੋ ਸੱਚ ਦੀ ਆਵਾਜ਼ ਪ੍ਰਗਟ ਕਰਦੇ ਨੇ, ਜਿਨ੍ਹਾਂ ਜੀਵਨ ਦੇ ਵਿੱਚ ਸੱਚ ਨੂੰ ਢਾਲਿਆ ਹੈ, ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹਨਾਂ ਨੂੰ ਸਚਿਆਰ ਬਣਾ ਕੇ ਉਹ ਚਰਨਾਂ ਵਿੱਚ ਨਿਵਾਸ ਬਖਸ਼ ਦਿੰਦਾ ਹੈ। ਸੋ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਤਰੀਕਾ ਹੈ ਅੰਮ੍ਰਿਤ ਵੇਲੇ ਉੱਠ ਕੇ ਉਹਦੇ ਗੀਤ ਗਾਓ, ਫਿਰ ਦਿਨ ਰਾਤ ਉਹਨੂੰ ਧਿਆਓ। ਧਿਆਉਂਦਿਆਂ ਧਿਆਉਂਦਿਆਂ ਇੱਕ ਦਿਨ ਚਰਨਾਂ ਵਿੱਚ ਜਗ੍ਹਾ ਬਖਸ਼ ਦਵੇਗਾ, ਝੋਲੀਆਂ ਭਰ ਦਵੇਗਾ। ਹੈ ਉਹ ਹਰ ਜ਼ਰੇ ਦੇ ਵਿੱਚ। ਇੱਕ ਸ਼ਾਇਰ ਕਹਿੰਦਾ ਹੈ, ਜਗ ਮੇਂ ਆਕਰ ਇਧਰ ਉਧਰ ਦੇਖਾ, ਤੂੰ ਹੀ ਆਇਆ ਨਜ਼ਰ ਜਿਧਰ ਦੇਖਾ। ਹਰ ਜ਼ਰੇ ਵਿੱਚ ਉਹਦੀ ਜੋਤ ਸਮਝੋ, ਉਹਦੇ ਗੀਤ ਗਾਓ, ਉਹ ਜ਼ਰੂਰ ਪ੍ਰਾਪਤ ਹੋਵੇਗਾ, ਉਹ ਜ਼ਰੂਰ ਦਰਸ਼ਨ ਦੇਵੇਗਾ। ਸੋ ਇੱਥੇ ਦਾਸ ਗੁਰਬਾਣੀ ਦੀ ਵਿਚਾਰ ਨੂੰ ਸੰਕੋਚਦਾ ਹੈ। ਇੱਕ ਬੇਨਤੀ ਕਰਨੀ ਚਾਹੁੰਦਾ ਹਾਂ, ਇਹ ਜਿਹੜੀ ਬਾਣੀ ਦੀ ਆਪਾਂ ਵਿਆਖਿਆ ਕਰ ਰਹੇ ਹਾਂ ਨਾ, 18-10-20 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਬਾਣੀ, ਇਹ ਬਾਣੀ ਇਸ ਲੋਕ ਦੀ ਨਹੀਂ ਹੈ। ਸਮਝਿਓ ਇਸ ਗੱਲ ਨੂੰ। ਇਹ ਪਤਾ ਕਿੱਥੋਂ ਦੀ ਹੈ? ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਗੁਰੂ ਨਾਨਕ ਸਾਹਿਬ ਕਹਿੰਦੇ ਇਹ ਅਕਾਲ ਪੁਰਖ ਦੀ ਬਾਣੀ ਹੈ। ਗੁਰੂ ਅਰਜਨ ਸਾਹਿਬ ਨੂੰ ਸਿੱਖਾਂ ਪੁੱਛਿਆ, ਜੀ ਇਹ ਕਿਹਦੀ ਬਾਣੀ ਹੈ? ਕੀ ਇਸ ਮਾਤ ਲੋਕ ਦੇ ਬੋਲ ਨੇ? ਕਹਿੰਦੇ ਨਹੀਂ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਿੱਖਾਂ ਪੁੱਛਿਆ, ਜੀ ਇਹ ਬਾਣੀ ਇਸ ਲੋਕ ਦੀ ਹੈ, ਸੰਸਾਰ ਨੇ ਪ੍ਰਗਟ ਕੀਤੀ ਹੈ? ਕਹਿੰਦੇ ਨਹੀਂ, ਜੋ ਨਿਜ ਪ੍ਰਭ ਮੋਹ ਸੋ ਕਹਾ, ਸੋ ਕਹੇ ਹੋ ਜਗ ਮਾਹੇ। ਅਕਾਲ ਪੁਰਖ ਦੇ ਬੋਲ ਨੇ। ਹੁਣ ਅਕਾਲ ਪੁਰਖ ਦੇ ਬੋਲਾਂ ਦੇ ਅਰਥ ਸਾਨੂੰ, ਪਾਠ ਬੋਧ ਸਾਨੂੰ ਨਹੀਂ ਸੀ ਆਉਂਦੇ। ਸੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਭਾਈ ਮਨੀ ਸਿੰਘ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਬੇਨਤੀ ਕੀਤੀ, ਬਾਪੂ ਅਰਬੀ, ਫਾਰਸੀ, ਸੰਸਕ੍ਰਿਤ, ਗੁਰਮੁਖੀ, ਪੰਜਾਬੀ ਦੇ ਅਸੀਂ ਮਹਾਨ ਵਿਦਵਾਨ ਹਾਂ, ਪਿੰਗਲ ਵਿੱਚ ਸਾਡੀ ਪਕੜ ਹੈ, ਵਿਆਕਰਣ ਵਿੱਚ ਸਾਨੂੰ ਮੁਹਾਰਤ ਹਾਸਲ ਹੈ, ਪਰ ਪਿੰਗਲ ਤੇ ਵਿਆਕਰਣ ਤੇਰੀ ਬਾਣੀ ਤੇ ਨਹੀਂ ਟੁਕਦੀ। ਪਿੰਗਲ ਵਿਆਕਰਣ ਸਾਡੀ ਕਵੀਆਂ ਦੀ ਬਣਾਈ ਹੋਈ ਹੈ, ਬਾਣੀ ਅਕਾਲ ਪੁਰਖ ਦੀ ਧੁਰੋਂ ਆਈ ਹੋਈ ਹੈ। ਤੋ ਸਾਨੂੰ ਬਾਣੀ ਦੇ ਅਰਥ ਹੀ ਸੁਣਾ। ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਮਦਮੇ ਦੀ ਧਰਤੀ ਤੇ 48 ਸਿੰਘਾਂ ਨੂੰ ਅਰਥ ਸੁਣਾਏ। ਭਾਈ ਮਨੀ ਸਿੰਘ, ਭਾਈ ਦੀਪ ਸਿੰਘ ਹੁਣਾ ਅਰਥ ਸੁਣੇ, ਬਾਣੀ ਦਾ ਪਾਠ ਬੋਧ ਸਿੱਖਿਆ, ਔਰ ਭਾਈ ਮਨੀ ਸਿੰਘ ਨੇ ਆਦਿ ਗ੍ਰੰਥ ਸਾਹਿਬ ਦੀ ਬੀੜ ਲਿਖੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਵਿੱਚ ਬਾਬਾ ਦੀਪ ਸਿੰਘ ਹੁਣਾ ਨੇ ਆਦਿ ਗ੍ਰੰਥ ਸਾਹਿਬ ਦੀ ਬੀੜ ਲਿਖੀ। ਸੋ ਪੰਥ ਇਸ ਸਿਧਾਂਤ ਤੇ ਚੱਲਦਾ ਹੈ ਵੀ ਜੋ ਗੁਰੂ ਪਾਤਸ਼ਾਹ ਲਿਖਵਾ ਗਏ,
ਅਸੀਂ ਉਹਦੇ ਤੇ ਪਹਿਰਾ ਦੇਣਾ ਹੈ। ਸਾਡੀ ਇਹ ਹਿੰਮਤ ਨਹੀਂ ਪੈਣੀ ਚਾਹੀਦੀ ਅਸੀਂ ਲਗਾ ਮਾਤਰਾ ਕੋਲੋਂ ਲਾਈਏ, ਦੁਨਿਆਵੀ ਵਿਆਕਰਣ ਅਨੁਸਾਰ ਪਿੰਗਲ ਅਨੁਸਾਰ ਗੁਰਬਾਣੀ ਨੂੰ ਢਾਲੀਏ, ਆਪਣੀ ਮਨ ਮਤ ਅਨੁਸਾਰ ਬਿੰਦੀਆਂ ਟਿੱਪੀਆਂ ਲਾਉਂਦੇ ਫਿਰੀਏ। ਇਸ ਗੱਲ ਦਾ ਖਿਆਲ ਰੱਖਿਓ, ਇਹ ਬਾਣੀ ਧੁਰੋਂ ਆਈ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵਡਿਆਵਰ ਨਾ ਕੋਏ। ਸਨਾਤਨ ਮਤ, ਹਿੰਦੂ ਮਤ, ਜਿਸ ਧਰਮ ਦੇ ਮਹਾਂਪੁਰਸ਼ਾਂ ਪਿੰਗਲ ਵਿਆਕਰਣ ਪੈਦਾ ਕੀਤੀ, ਉਹ ਕਹਿੰਦੇ ਨੇ ਵੇਦ ਬਾਣੀ ਰੱਬ ਦੇ ਗੀਤ ਨੇ, ਵੇਦ ਬਾਣੀ ਤੇ ਪਿੰਗਲ ਨਹੀਂ ਲੱਗਦਾ, ਵਿਆਕਰਣ ਨਹੀਂ ਲੱਗਦੀ, ਕਿਉਂਕਿ ਦੁਨਿਆਵੀ ਇਲਮ ਹੈ ਵਿਆਕਰਣ ਆਦਿ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਖਾਲਸਾ ਪੰਥ ਦੇ ਲਈ, ਸਿੱਖ ਜਗਤ ਦੇ ਲਈ ਤੁਰਕੀ ਬਾਣੀ ਹੈ, ਨਿਰੰਕਾਰ ਦੀ ਬਾਣੀ ਹੈ। ਤੇ ਨਿਰੰਕਾਰ ਦੀ ਬਾਣੀ ਤੇ ਕੋਈ ਛੋਟਾ ਮੋਟਾ ਵਿਦਵਾਨ ਉੱਠ ਕੇ ਟਿੱਪੀਆਂ ਬਿੰਦੀਆਂ ਲਾਵੇ, ਇਹ ਵੱਡੀ ਮਨਮੱਤ ਹੈ। ਹੁਣ ਮੈਨੂੰ ਡਾਕਟਰੇਟ ਦੀ ਡਿਗਰੀ ਮਿਲ ਗਈ ਫਿਲਾਸਫੀ ਵਿੱਚ, ਮੇਰੇ ਨਾਲ ਅੱਗੇ ਵੀ ਡਾਕਟਰ ਲੱਗਦਾ ਜੇ ਲਾਉਣਾ ਚਾਹਾਂ ਤੇ ਮੈਂ ਕੱਲ ਨੂੰ ਪੂਛ ਮਰੋੜੀ ਜਾਵਾਂ ਵੀ ਮੈਂ ਬੜਾ ਵੱਡਾ ਵਿਦਵਾਨ, ਮੈਂ ਡਾਕਟਰ ਹਾਂ ਜੀ, ਮੈਂ ਤੇ ਪ੍ਰੋਫੈਸਰਾਂ ਦੇ ਉੱਤੇ ਬਹਿ ਗਿਆ, ਮੈਂ ਆਪਣੇ ਕੋਲੋਂ ਬਿੰਦੀਆਂ ਟਿੱਪੀਆਂ ਲਾਵਾਂ, ਮੈਂ ਗੁਰੂ ਅਰਜਨ ਨਾਲੋਂ ਵੱਡਾ ਨਹੀਂ ਹੋ ਗਿਆ। ਮੇਰੀ ਔਕਾਤ ਭਾਈ ਗੁਰਦਾਸ ਨਾਲੋਂ, ਬਾਬਾ ਦੀਪ ਸਿੰਘ ਨਾਲੋਂ, ਭਾਈ ਮਨੀ ਸਿੰਘ ਨਾਲੋਂ ਨਹੀਂ ਵੱਧ ਗਈ। ਤੇ ਜਦੋਂ ਪੂਰੇ ਗੁਰੂ ਅਰਜਨ ਨੇ ਭਾਈ ਗੁਰਦਾਸ ਕੋਲੋਂ ਬਾਣੀ ਲਿਖਵਾਈ ਹੈ, ਜਦੋਂ ਪੂਰੇ ਗੁਰੂ ਗੋਬਿੰਦ ਸਿੰਘ ਨੇ ਭਾਈ ਮਨੀ ਸਿੰਘ ਕੋਲੋਂ, ਬਾਬਾ ਦੀਪ ਸਿੰਘ ਕੋਲੋਂ ਬਾਣੀ ਲਿਖਵਾਈ ਹੈ, ਜਿੰਨੀਆਂ ਟਿੱਪੀਆਂ ਬਿੰਦੀਆਂ ਲਗਾ ਮਾਤਰਾ ਉਹਨੂੰ ਭਾਈਆਂ ਉਹਨੇ ਲਗਵਾ ਦਿੱਤੀਆਂ। ਤੇਰੀ ਕੀ ਔਕਾਤ ਹੈ, ਤੂੰ ਛਾਪਿਆਂ ਵਿੱਚ ਆਪੇ ਬਿੰਦੀਆਂ ਲਾਉਂਦਾ ਫਿਰੇ। ਬਾਣੀ ਕਹਿੰਦੀ ਹੈ ਭੰਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀਂ, ਪੂਰੇ ਪਰਮ ਈਸ਼ਵਰ ਗੁਰੂ ਦੀ ਕਰਨੀ ਪੂਰੀ ਹੈ, ਤੇ ਤੂੰ ਦਖਲ ਦੇਣ ਵਾਲਾ ਕਿਹੜਾ ਪੈਦਾ ਹੋ ਗਿਆ। ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੇ ਸਮਾਹੀ, ਜਿਹੜਾ ਗੁਰੂ ਨੂੰ ਪਰਮੇਸ਼ਵਰ ਸਮਝ ਕੇ ਉਹਦੇ ਦਿੱਤੇ ਸਿਧਾਂਤ ਨੂੰ ਸਿਰ ਝੁਕਾ ਕੇ ਮੰਨੇਗਾ, ਗੁਰਮੁਖ ਉਹ ਹੈ, ਮੁਕਤੀ ਉਹ ਪਾਵੇਗਾ। ਜਿਹੜਾ ਰਾਮ ਰਾਏ ਵਾਂਗੂ ਬਾਣੀ ਬਦਲੇਗਾ ਉਹ ਨਰਕਾਂ ਦਾ ਭਾਗੀਦਾਰ ਬਣੇਗਾ। ਬਾਬਾ ਰਾਮ ਰਾਏ ਦੀਆਂ ਰਗਾਂ ਵਿੱਚ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਦਾ ਲਹੂ ਸੀ। ਜਿਸ ਦਿਨ ਬਾਣੀ ਦੀ ਇੱਕ ਪੰਕਤੀ ਦੇ ਵਿੱਚੋਂ ਇੱਕ ਅਲਫਾਜ਼ ਹੀ ਬਦਲਿਆ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਨੂੰ, ਮਿੱਟੀ ਬੇਈਮਾਨ ਕੀ ਪੇੜੇ ਪਈ ਘੁਮਿਆਰ ਕਿਹਾ। ਬਾਪੂ ਗੁਰੂ ਹਰ ਰਾਏ ਸਾਹਿਬ ਨੇ ਹੁਕਮ ਕੀਤਾ, ਰਾਮ ਰਾਏ ਮੇਰੇ ਮੱਥੇ ਨਾ ਲੱਗੇ, ਜਿਹੜਾ ਵੀ ਸਿੱਖ ਇਹਦੀ ਸ਼ਰਨ ਜਾਵੇਗਾ ਉਹ ਨਰਕਾਂ ਵਿੱਚ ਜਾਵੇਗਾ, ਉਹਨੂੰ ਮੁਕਤੀ ਨਹੀਂ ਮਿਲੇਗੀ। ਤੇ ਜੇ ਗੁਰੂ ਨੇ ਆਪਣੇ ਫਰਜ਼ੰਦ ਨੂੰ ਨਹੀਂ ਬਖਸ਼ਿਆ, ਤੋ ਜੇ ਸਾਡੇ ਵਿੱਚੋਂ ਕੋਈ ਉੱਠ ਕੇ ਦੀਨ ਦੁਨੀਆ ਦੇ ਮਾਲਕ ਦੀ ਬਾਣੀ ਲਗਾ ਮਾਤਰਾ ਲਾਵੇ, ਇਹ ਘੋਰ ਬੇਅਦਬੀ ਹੈ ਬਾਣੀ ਦੀ। ਔਰ ਕੀਤੀ ਕਿੰਨੇ ਹੈ? USA ਦਾ ਰਹਿਣ ਵਾਲਾ ਧਰਮਿੰਦਰ ਸਿੰਘ ਆਨੰਦ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਮੈਂ ਇੱਕ ਬੇਨਤੀ ਕਰ ਦਵਾਂ, ਉਸਨੇ ਵਾਧੂ ਲਗਾ ਮਾਤਰਾ ਲਾ ਕੇ ਚਾਈਨਾ ਤੋਂ ਸਰੂਪ ਪ੍ਰਿੰਟ ਕਰਵਾਏ ਤੇ ਲੋਕਾਈ ਵਿੱਚ ਵੰਡੇ। ਮੈਂ ਇਹ ਬੇਨਤੀ ਕਰਾਂ, ਅਕਾਲ ਤਖਤ ਸਾਹਿਬ ਸਿਰਮੌਰ ਹੈ, ਖਾਲਸਾ ਪੰਥ ਸਿਰਮੌਰ ਹੈ, ਪਰ ਗੁਰੂ ਦੇ ਸਿਰ ਤੇ ਨਹੀਂ ਬਹਿ ਸਕਦਾ। ਗੁਰੂ ਦੀ ਕਰਨੀ ਨੂੰ ਨਾ ਅਕਾਲ ਤਖਤ ਹੀ ਬਦਲ ਸਕਦਾ, ਨਾ ਸਿੰਘ ਸਾਹਿਬ ਹੀ ਬਦਲ ਸਕਦਾ, ਨਾ ਕੋਈ ਡਾਕਟਰ ਪ੍ਰੋਫੈਸਰ ਹੀ ਬਦਲ ਸਕਦਾ, ਨਾ ਪੰਥ ਇਕੱਠਾ ਹੋ ਕੇ ਹੀ ਬਦਲ ਸਕਦਾ। ਪੰਥ ਉਹਨਾਂ ਰੀਤੀ ਰਿਵਾਜਾਂ ਨੂੰ ਬਦਲ ਸਕਦਾ ਜਿਹੜੇ ਪੰਥ ਨੇ ਸ਼ੁਰੂ ਕੀਤੇ ਨੇ। ਬਾਣੀ ਪੰਥ ਨੇ ਨਹੀਂ ਪ੍ਰਗਟ ਕੀਤੀ, ਬਾਣੀ ਖੁਦ ਖੁਦਾ ਗੁਰੂ ਨਾਨਕ ਨੇ ਪ੍ਰਗਟ ਕੀਤੀ ਹੈ। ਗੁਰੂ ਨਾਨਕ ਦੇ ਬੋਲਾਂ ਵਿੱਚ ਲਗਾ ਮਾਤਰਾ ਨਾ ਪੰਥ ਬਦਲੇ, ਨਾ ਸ਼੍ਰੋਮਣੀ ਕਮੇਟੀ ਬਦਲ ਸਕਦੀ ਹੈ, ਨਾ ਦਿੱਲੀ ਕਮੇਟੀ ਬਦਲ ਸਕਦੀ ਹੈ, ਨਾ ਕੋਈ ਸਿੱਖ ਸੰਪਰਦਾਇ ਹੀ ਬਦਲ ਸਕਦੀ ਹੈ। ਜਿਹੜਾ ਬਦਲੇਗਾ ਸਿੱਖੀ ਦੇ ਸਿਧਾਂਤਾਂ ਤੇ ਉਹ ਵਾਰ ਕਰੇਗਾ, ਉਹ ਸਿੱਖਾਂ ਦਾ ਦੁਸ਼ਮਣ ਹੈ। ਬਾਣੀ ਝਰਨੇ ਨੇ ਜਿਹੜੇ ਫੁੱਟਦੇ ਨੇ, ਇਹਦੇ ਤੇ ਦੁਨਿਆਵੀ ਵਿਆਕਰਣ ਪਿੰਗਲ ਨਾ ਟਿਕਾਓ। ਮੈਂ ਇਹਦੇ ਤੇ ਵੱਡਾ ਤਰਕ ਦੇ ਸਕਦਾ। ਬ੍ਰਾਹਮਣੀ ਵੰਡ ਅਨੁਸਾਰ ਭਗਤ ਧੰਨਾ ਵੈਸ਼ ਹੈ, ਜੱਟ ਹੈ, ਭਗਤ ਕਬੀਰ ਸ਼ੂਦਰ ਹੈ, ਜੁਲਾਇਆ ਹੈ। ਔਰ ਉਹਨਾਂ ਸਮਿਆਂ ਵਿੱਚ ਮੰਦਰ ਹੀ ਵਿਦਿਆ ਦਾ ਕੇਂਦਰ ਸਨ।
ਦੁਨਿਆਵੀ ਵਿਦਿਆ ਲਈ ਸਕੂਲ ਨਹੀਂ ਸੀ ਹੁੰਦੇ, ਵਿਦਿਆਲੇ ਮੰਦਰਾਂ ਵਿੱਚ ਸਨ। ਮੰਦਰਾਂ ਵਿੱਚ ਵਿਦਿਆ ਕੇਵਲ ਤੇ ਕੇਵਲ ਬ੍ਰਾਹਮਣ ਹੀ ਲੈ ਸਕਦਾ ਸੀ ਜਾਂ ਛਤਰੀ, ਸ਼ੂਦਰ ਵੈਸ਼ ਨਹੀਂ। ਪਰ ਜਦੋਂ ਭਗਤ ਧੰਨੇ ਦੀ ਬਾਣੀ ਪੜ੍ਹਦੇ ਹੋ ਤੁਸੀਂ, ਏਡੇ ਮਹਿੰਗੇ ਅਲਫਾਜ਼, ਰੇ ਚਿਤ ਚੇਤਸ ਕੀ ਨਾ ਦਇਆਲ ਦਾਮੋਦਰ ਬਿਬਹਿ ਨਾ ਜਾਨਸ ਕੋਈ। ਭਗਤ ਧੰਨਾ ਐਸੇ ਬੋਲ ਕਵਿਤਾ ਵਿੱਚ ਕਿਵੇਂ ਪ੍ਰਗਟ ਕਰ ਗਿਆ? ਉਹ ਤੇ ਅਨਪੜ੍ਹ ਹੈ। ਇਹਦਾ ਮਤਲਬ ਇਹ ਰੱਬੀ ਝਰਨੇ ਉੱਤੋਂ ਫੁੱਟਦੇ ਨੇ। ਭਗਤ ਕਬੀਰ ਜੀ ਅਨਪੜ੍ਹ ਨੇ। ਕਬੀਰ ਜਾਤ ਜੁਲਾਹਾ ਕਿਆ ਕਰੈ, ਹਿਰਦੈ ਬਸੈ ਗੋਪਾਲ। ਕਹਿੰਦੇ ਮੈਂ ਜਾਤ ਦਾ ਜੁਲਾਇਆ। ਪਰ ਵੇਖੋ ਬਾਣੀ ਕੈਸੀ ਅੰਦਰੋਂ ਪ੍ਰਗਟ ਹੋਈ। ਸੰਸਕ੍ਰਿਤ ਦੇ ਬੋਲ, ਉਲਟੀ ਲੇ ਸਖਤ ਸਹਾਰੰ, ਪੈ ਸੀਲੇ ਗਗਨ ਮਝਾਰੰ, ਬੇਦੀਅਲੇ ਚੱਕਰ ਭੁਯੰਗਾ, ਭੇਟੀਅਲੇ ਰਾਏ ਨਿਸੰਗਾ। ਸੰਸਕ੍ਰਿਤ ਦੇ ਮਹਾਨ ਅਲਫਾਜ਼ ਗਲੂਏ ਚੋਂ ਫੁੱਟ ਉੱਠੇ। ਜੇ ਪੜ੍ਹ ਕੇ ਹੀ ਇਹ ਬਾਣੀ ਉਚਾਰਨੀ ਆ ਜਾਂਦੀ, ਡਾਕਟਰ ਪ੍ਰੋਫੈਸਰ ਬਣਿਆ ਹੀ ਬਾਣੀ ਉਚਾਰਨੀ ਆ ਜਾਂਦੀ, ਤੇ ਕਬੀਰ ਕਿਹੜਾ ਪ੍ਰੋਫੈਸਰ ਲੱਗਾ ਹੋਇਆ ਸੀ? 15 ਭਗਤਾਂ ਚੋਂ ਤਕਰੀਬਨ ਹੀ ਸਾਰੇ ਅਨਪੜ੍ਹ ਨੇ, ਇੱਕ ਅੱਧਾ ਪੜ੍ਹਿਆ ਹੈ ਬਾਬੇ ਫਰੀਦ ਵਰਗਾ। ਇਹ ਤੁਰਕੀ ਬਾਣੀ ਹੈ, ਇਹਨੂੰ ਤੁਰਕੀ ਬਾਣੀ ਹੀ ਰਹਿਣ ਦਿਓ। ਕਬੀਰ ਜੀ ਨੂੰ ਪੁੱਛੋ ਇਹ ਕਿਵੇਂ ਆਉਂਦੀ ਹੈ? ਕਹਿੰਦੇ ਐਸੇ ਗਿਆਨ ਪ੍ਰਗਟਿਆ ਪੁਰਖੋਤਮ, ਕਹੋ ਕਬੀਰ ਰੰਗ ਰਾਤਾ। ਇਹ ਝਰਨੇ ਰੱਬ ਵੱਲੋਂ ਫੁੱਟਦੇ ਨੇ। ਤੋ ਰੱਬੀ ਫੁੱਟੇ ਝਰਨਿਆਂ ਤੇ ਬੰਦਸ਼ਾਂ ਨਾ ਲਾਓ। ਅਗਾਂਹ ਵੀ ਜਿਹੜਾ ਬਾਣੀ ਦੀ ਬੇਅਦਬੀ ਕਰੇਗਾ ਪੰਥ ਨੂੰ ਸਜ਼ਾ ਹੀ ਦੇਵੇਗਾ। ਸੋ ਗੁਰੂ ਦੇ ਭੈ ਵਿੱਚ ਰਹਿਣਾ ਸਿੱਖੀਏ, ਫਿਰ ਹੀ ਨਿਜਾਤ ਮਿਲੇਗੀ, ਮੁਕਤੀ ਮਿਲੇਗੀ। ਇੱਕ ਪੰਕਤੀ ਕਹਿ ਕੇ ਫਤਿਹ ਬੁਲਾਵਾਂ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਸਤ ਕਰਕੇ ਬਾਣੀ ਨੂੰ ਮੰਨੋ ਤੇ ਰੋਗਾਂ ਸੋਗਾਂ ਤੋਂ ਮੁਕਤ ਹੋਵੋ। ਵਿਸ਼ਰਾਮ ਦਿੰਦਾ ਹਾਂ ਮੈਂ ਆਪਣੀ ਬਾਣੀ ਨੂੰ ਇੱਥੇ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾਂ ਦਾ ਧੰਨਵਾਦ। ਆਪ ਸੰਗਤ ਨੂੰ ਪ੍ਰੇਰ ਕੇ ਬੇਅੰਤ ਸੇਵਾਵਾਂ ਗੁਰੂ ਹਰਕ੍ਰਿਸ਼ਨ ਮਹਾਰਾਜ ਦੇ ਦਰ ਤੇ ਕਰਵਾਉਂਦੇ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਧਰਮ ਪ੍ਰਚਾਰ ਕਮੇਟੀ ਦਾ ਧੰਨਵਾਦ। ਖੁਦ ਖੁਦਾ ਗੁਰੂ ਹਰਕ੍ਰਿਸ਼ਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟ ਧੰਨਵਾਦ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਆਪਣੀ ਅਡਰੀ ਹੋਂਦ ਬਰਕਰਾਰ ਰੱਖੋ। ਵਾਹਿਗੁਰੂ ਜੀ ਕਾ ਖਾਲਸਾ।